प्यारे बच्चों, ਅੱਜ मैं ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ। ਅ ਵਾਰਮ ਵੈਲਕਮ ਟੂ एवरीवन। ਅੱਜ ਦੇ ਸਾਡੇ ਆਨਲਾਈਨ ਸਟੱਡੀ ਸੈਸ਼ਨ ਦੇ ਵਿੱਚ ਸਾਡਾ ਟੌਪਿਕ 10ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। ਕਮਿਊਨੀਕੇਸ਼ਨ ਸਕਿੱਲਸ ਟੌਪਿਕ ਦੇ ਅੰਡਰ ਵਰਬਲ ਕਮਿਊਨੀਕੇਸ਼ਨ ਨਾਮ ਦਾ ਇਹ ਤੁਹਾਡਾ ਟੌਪਿਕ ਹੈ। ਇਸ ਦੇ ਵਿੱਚ ਅਸੀਂ ਓਰਲ ਅਤੇ ਰਿਟਨ ਕਮਿਊਨੀਕੇਸ਼ਨ ਬਾਰੇ ਪੜ੍ਹਾਂਗੇ। ਓਰਲ ਅਤੇ ਰਿਟਨ ਕਮਿਊਨੀਕੇਸ਼ਨ ਵਰਬਲ ਕਮਿਊਨੀਕੇਸ਼ਨ ਦੀਆਂ ਹੀ ਦੋ ਕਿਸਮਾਂ ਹਨ। ਸੋ ਬੱਚਿਓ, ਜਿਹੜਾ ਅੱਜ ਦਾ ਸਾਡਾ ਟੌਪਿਕ ਹੈ ਇਹ ਸਾਡੀ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਸਾਡਾ ਅੰਗ ਹੈ। ਸੰਚਾਰ, ਅਸੀਂ ਸੰਚਾਰ ਦੀ ਗੱਲ ਕਰ ਰਹੇ ਹਾਂ। ਜ਼ੁਬਾਨੀ ਸੰਚਾਰ ਉਹ ਹੁੰਦਾ ਹੈ ਜਿਸ ਦੇ ਰਾਹੀਂ ਅਸੀਂ ਆਪਣੇ ਮਨ ਦੇ ਭਾਵ ਅਤੇ ਵਿਚਾਰ ਕਿਸੇ ਹੋਰ ਵਿਅਕਤੀ ਨੂੰ ਬੋਲ ਕੇ ਜਾਂ ਲਿਖ ਕੇ ਪ੍ਰਗਟ ਕਰ ਸਕਦੇ ਹਾਂ। ਇਸ ਨਾਲ ਹੀ ਸਾਡੀ ਜੀਵਨ ਚਰਿਆ ਚੱਲਦੀ ਹੈ। ਅਗਰ ਸਾਡੀ ਜ਼ਿੰਦਗੀ ਦੇ ਵਿੱਚ ਸੰਚਾਰ ਕਰਨ ਲਈ ਕੋਈ ਵੀ ਤਰੀਕਾ ਨਹੀਂ ਹੋਵੇਗਾ ਤਾਂ ਅਸੀਂ ਆਪਣੀ ਗੱਲਬਾਤ ਕਿਵੇਂ ਕਰ ਸਕਾਂਗੇ, ਸਾਡੀ ਰੋਜ਼ ਦੀ ਜ਼ਿੰਦਗੀ ਕਿਵੇਂ ਚੱਲੇਗੀ। ਸੋ ਸੰਚਾਰ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਮਹੱਤਵਪੂਰਨ ਰੋਲ ਪਲੇ ਕਰਦਾ ਹੈ। ਅੱਜ ਅਸੀਂ ਵਰਬਲ ਕਮਿਊਨੀਕੇਸ਼ਨ ਦੇ ਅੰਡਰ ਓਰਲ ਅਤੇ ਰਿਟਨ ਕਮਿਊਨੀਕੇਸ਼ਨ ਬਾਰੇ ਪੜ੍ਹਾਂਗੇ। ਅਸੀਂ ਇਸ ਦੇ ਲਾਭ ਅਤੇ ਹਾਨੀਆਂ ਬਾਰੇ ਪੜ੍ਹਾਂਗੇ ਅਤੇ ਅਸੀਂ ਆਪਣੇ ਸੰਚਾਰ ਨੂੰ ਕਿਵੇਂ ਵਧੀਆ ਬਣਾ ਸਕਦੇ ਹਾਂ ਉਸ ਦੇ ਬਾਰੇ ਪੜ੍ਹਾਂਗੇ। ਸੋ ਆਓ ਬੱਚਿਓ, ਹੁਣ ਅਸੀਂ ਸ਼ੁਰੂ ਕਰਦੇ ਹਾਂ ਅੱਜ ਦਾ ਟੌਪਿਕ ਕਲਾਸ 10th ਦੇ ਲਈ ਵਰਬਲ ਕਮਿਊਨੀਕੇਸ਼ਨ, ਜਿਸ ਦੇ ਅੰਦਰ ਓਰਲ ਅਤੇ ਰਿਟਨ ਕਮਿਊਨੀਕੇਸ਼ਨ ਦੇ ਬਾਰੇ ਪੜ੍ਹਿਆ ਜਾਏਗਾ। ਸੋ ਬੱਚਿਓ, ਹੁਣ ਅਸੀਂ ਥੋੜ੍ਹੀ ਜਿਹੀ ਸੰਚਾਰ ਦੇ ਬਾਰੇ ਇੱਕ ਛੋਟੀ ਜਿਹੀ ਇੰਟਰੋਡਕਸ਼ਨ ਲਵਾਂਗੇ ਇੱਕ ਐਗਜ਼ਾਮਪਲ ਤੋਂ। ਸਾਹਮਣੇ ਲਿਖਿਆ ਹੈ ਕਿ ਦ ਮੈਨ ਹੂ ਕੈਨ ਥਿੰਕ ਐਂਡ ਡਜ਼ ਨਾਟ ਨੋ ਹਾਊ ਟੂ ਐਕਸਪ੍ਰੈਸ ਵਟ ਹੀ ਥਿੰਕਸ ਇਜ਼ ਐਟ ਦ ਸੇਮ ਲੈਵਲ ਹੂ ਐਜ਼ ਅ ਪਰਸਨ ਕੈਨ ਨਾਟ ਥਿੰਕ। ਕਹਿੰਦੇ ਕਿ ਜਿਹੜਾ ਇਨਸਾਨ ਸੋਚ ਸਕਦਾ ਹੈ, ਠੀਕ ਹੈ, ਪਰ ਉਹਨੂੰ ਸੋਚ ਕੇ ਵੀ ਇਹ ਨਹੀਂ ਪਤਾ ਕਿ ਉਹ ਆਪਣੀ ਗੱਲ ਨੂੰ, ਜੋ ਉਹਨੇ ਸੋਚਿਆ, ਉਹਨੂੰ ਕਿੱਦਾਂ ਐਕਸਪ੍ਰੈਸ ਕਰੇ, ਉਹ ਫਿਰ ਉਸ ਵਿਅਕਤੀ ਦੇ ਬਰਾਬਰ ਹੀ ਹੋ ਜਾਂਦਾ ਹੈ ਕਿ ਜਿਹੜਾ ਕੁਝ ਸੋਚ ਹੀ ਨਹੀਂ ਸਕਦਾ। ਠੀਕ ਹੈ। ਸੋ ਜੋ ਅਸੀਂ ਸੋਚਿਆ ਹੈ ਉਹ ਸਾਹਮਣੇ ਵਾਲੇ ਵਿਅਕਤੀ ਨੂੰ ਪ੍ਰਗਟ ਕਰਨ ਦੇ ਲਈ ਕਿਹੜਾ ਜ਼ਰੀਆ ਹੈ? ਸੰਚਾਰ ਉਹ ਜ਼ਰੀਆ ਹੈ ਕਿ ਜਿਹਦੇ ਰਾਹੀਂ ਅਸੀਂ ਸਾਹਮਣੇ ਵਾਲੇ ਵਿਅਕਤੀ ਨੂੰ, ਜੋ ਸਾਡੇ ਮਨ ਦੇ ਭਾਵ, ਸਾਡੇ ਮਨ ਦੇ ਵਿਚਾਰ ਜਾਂ ਸਾਡੇ ਕੋਲ ਸੂਚਨਾ, ਇਨਫੋਰਮੇਸ਼ਨ ਹੈ, ਉਹਨੂੰ ਸਾਹਮਣੇ ਵਾਲੇ ਵਿਅਕਤੀ ਤੱਕ ਕਿਸ ਤਰ੍ਹਾਂ ਪਹੁੰਚਾਉਣਾ ਹੈ, ਇਹ ਸਭ ਸੰਚਾਰ ਹੈ। ਸਾਹਮਣੇ ਵਾਲੇ ਵਿਅਕਤੀ ਤਾਈਂ ਅਸੀਂ ਕੋਈ ਵੀ ਸੂਚਨਾ, ਨਿਰਦੇਸ਼, ਆਪਣੇ ਮਨ ਦੇ ਭਾਵ ਜਾਂ ਖਿਆਲ ਬੋਲ ਕੇ ਜਾਂ ਲਿਖ ਕੇ ਪ੍ਰਗਟ ਕਰਦੇ ਹਾਂ। ਸੋ ਕਹਿੰਦੇ ਨੇ ਕਿ ਉਹੀ ਪਰਸਨ ਜਿਹੜਾ ਆਪਣੇ ਫੀਲਿੰਗਸ ਨੂੰ, ਆਪਣੇ ਅੰਦਰ ਦੇ ਵਿਊਜ਼ ਨੂੰ ਅੱਛੇ ਤਰੀਕੇ ਨਾਲ ਐਕਸਪ੍ਰੈਸ ਕਰ ਸਕਦਾ ਹੈ, ਉਹੀ ਇੱਕ ਅੱਛਾ ਕਮਿਊਨੀਕੇਟਰ ਬਣਦਾ ਹੈ, ਉਹੀ ਇੱਕ ਅੱਛੇ ਤਰੀਕੇ ਨਾਲ ਗੱਲਬਾਤ ਕਰਨ ਵਾਲਾ ਵਕਤਾ ਬਣ ਸਕਦਾ ਹੈ। ਸੋ ਕਮਿਊਨੀਕੇਸ਼ਨ ਦੀ ਇੰਪੋਰਟੈਂਸ ਇਸ ਛੋਟੀ ਜਿਹੀ ਲਾਈਨ ਦੇ ਵਿੱਚ ਪਤਾ ਚੱਲ ਜਾਂਦੀ ਹੈ ਕਿ ਅਗਰ ਅਸੀਂ ਬੋਲ ਕੇ ਜਾਂ ਲਿਖ ਕੇ ਜਾਂ ਆਪਣੇ ਹਾਵ ਭਾਵਾਂ ਦੇ ਨਾਲ ਆਪਣੇ ਵਿਚਾਰ ਨਹੀਂ ਪ੍ਰਗਟ ਕਰ ਸਕਦੇ, ਦੈਨ ਅਸੀਂ ਆਪਣੀ ਕਮਿਊਨੀਕੇਸ਼ਨ ਨੂੰ ਕਦੀ ਵੀ ਪੂਰਾ ਨਹੀਂ ਕਰ ਸਕਦੇ, ਅਸੀਂ ਕਿਸੇ ਵੀ ਵਿਅਕਤੀ ਦੇ ਨਾਲ ਗੱਲਬਾਤ ਪੂਰੀ ਨਹੀਂ ਕਰ ਸਕਦੇ। ਸੋ ਬੱਚਿਓ, ਆਪਣੇ ਮਨ ਦੇ ਭਾਵ ਦੂਸਰੇ ਵਿਅਕਤੀ ਤੱਕ ਪ੍ਰਗਟ ਕਰਨ ਦੇ ਲਈ ਕਿਹੜੇ ਦੋ ਤਰੀਕੇ ਹਨ ਜਿਹੜੇ ਕਿ ਅਸੀਂ ਵਰਬਲ ਕਮਿਊਨੀਕੇਸ਼ਨ ਦੇ ਵਿੱਚ ਯੂਜ਼ ਕਰਦੇ ਹਾਂ? ਓਰਲ ਅਤੇ ਰਿਟਨ ਕਮਿਊਨੀਕੇਸ਼ਨ। ਪਰ ਸਭ ਤੋਂ ਪਹਿਲਾਂ ਅਸੀਂ ਕਮਿਊਨੀਕੇਸ਼ਨ ਬਾਰੇ ਪੜ੍ਹਾਂਗੇ ਕਿ ਕਮਿਊਨੀਕੇਸ਼ਨ ਵੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ। ਜਿਹੜਾ ਸੰਚਾਰ ਹੈ ਦੋ ਤਰੀਕੇ ਦਾ ਹੁੰਦਾ ਹੈ, ਜ਼ੁਬਾਨੀ ਸੰਚਾਰ ਅਤੇ ਗੈਰ ਜ਼ੁਬਾਨੀ ਸੰਚਾਰ, ਜਿਸ ਨੂੰ ਕਿ ਅਸੀਂ ਵਰਬਲ ਕਮਿਊਨੀਕੇਸ਼ਨ ਅਤੇ ਨਾਨ ਵਰਬਲ ਕਮਿਊਨੀਕੇਸ਼ਨ ਕਹਿੰਦੇ ਹਾਂ। ਸਭ ਤੋਂ ਪਹਿਲਾਂ ਵਰਬਲ ਕਮਿਊਨੀਕੇਸ਼ਨ। It is written or spoken message that uses words to exchange ideas or information। ਕਹਿੰਦੇ ਕਿ ਇੱਕ ਲਿਖਿਆ ਹੋਇਆ ਜਾਂ ਬੋਲਿਆ ਹੋਇਆ ਸੰਦੇਸ਼ ਹੈ ਜਿਹੜਾ ਕਿ ਸ਼ਬਦਾਂ ਦੀ ਮਦਦ ਦੇ ਨਾਲ ਆਪਣੇ ਆਈਡੀਆਜ਼ ਅਤੇ ਇਨਫੋਰਮੇਸ਼ਨ ਨੂੰ ਇੱਕ ਦੂਸਰੇ ਨੂੰ ਐਕਸਚੇਂਜ ਕਰਦੇ ਹਨ, ਇੱਕ ਦੂਸਰੇ ਤੱਕ ਪਹੁੰਚਾਉਂਦੇ ਹਨ। ਦ ਮੀਨਸ ਆਫ ਵਰਬਲ ਕਮਿਊਨੀਕੇਸ਼ਨ ਆਰ, ਵਰਬਲ ਕਮਿਊਨੀਕੇਸ਼ਨ ਆਪਾਂ ਕਿਹੜੇ ਤਰੀਕੇ ਨਾਲ ਕਰ ਸਕਦੇ ਹਾਂ? ਰਿਟਨ ਕਮਿਊਨੀਕੇਸ਼ਨ ਐਂਡ ਓਰਲ ਕਮਿਊਨੀਕੇਸ਼ਨ, ਜੋ ਕਿ ਅੱਜ ਦਾ ਟੌਪਿਕ ਹੈ। ਰਿਟਨ ਲਿਖ ਕੇ, ਓਰਲ ਬੋਲ ਕੇ। ਉਸ ਤੋਂ ਬਾਅਦ ਕਮਿਊਨੀਕੇਸ਼ਨ ਦੀ ਦੂਸਰੀ ਕਿਸਮ ਹੈ ਨਾਨ ਵਰਬਲ ਕਮਿਊਨੀਕੇਸ਼ਨ। ਨਾਨ ਵਰਬਲ ਕਮਿਊਨੀਕੇਸ਼ਨ ਦਾ ਮਤਲਬ ਹੁੰਦਾ ਹੈ ਗੈਰ ਜ਼ੁਬਾਨੀ ਸੰਚਾਰ। ਗੈਰ ਜ਼ੁਬਾਨੀ ਸੰਚਾਰ, ਇਟ ਇਜ਼ ਅਨਸਪੋਕਨ ਔਰ ਅਨਰਿਟਨ ਮੈਸੇਜ ਦੈਟ ਯੂਜ਼ਿਜ਼ ਬੋਡੀ ਲੈਂਗੁਏਜ। ਉਹ ਮੈਸੇਜ ਜਿਹੜਾ ਬਿਨਾਂ ਬੋਲਿਆ ਅਤੇ ਬਿਨਾਂ ਲਿਖਿਆ ਅਸੀਂ ਆਪਣੀ ਬੋਡੀ ਲੈਂਗੁਏਜ ਦੇ ਨਾਲ ਸਾਹਮਣੇ ਵਾਲੇ ਵਿਅਕਤੀ ਨੂੰ ਦੇ ਦਿੰਦੇ ਹਾਂ। ਜਿਵੇਂ ਕਿ ਅਸੀਂ ਨਾ ਦੇ ਲਈ, ਜਦੋਂ ਅਸੀਂ ਨਾ ਕਹਿਣੀ ਹੁੰਦੀ ਹੈ, ਅਸੀਂ ਬਿਨਾਂ ਆਪਣੇ ਮੂੰਹੋਂ ਨਾ ਕਹੇ ਜਾਂ ਬਿਨਾਂ ਲਿਖੇ ਨਾ ਕਹੇ, ਅਸੀਂ ਆਪਣਾ ਸਿਰ ਅਗਰ ਨਾ ਵਾਲੀ ਕਿਰਿਆ ਦੇ ਵਿੱਚ ਹਿਲਾ ਦੇਵਾਂਗੇ ਤਾਂ ਸਾਹਮਣੇ ਵਾਲੇ ਵਿਅਕਤੀ ਨੂੰ ਪਤਾ ਚੱਲ ਜਾਵੇਗਾ ਕਿ ਅਸੀਂ ਕਿਸੇ ਕੰਮ ਦੇ ਲਈ ਨਾ ਕਰ ਰਹੇ ਹਾਂ। ਜਦੋਂ ਦੂਰ ਖੜੇ ਵਿਅਕਤੀ ਨੂੰ ਅਸੀਂ ਹੈਲੋ ਕਹਿਣੀ ਹੋਵੇ ਤਾਂ ਅਸੀਂ ਆਪਣਾ ਹੱਥ ਉੱਚਾ ਕਰਕੇ ਉਸ ਦੇ ਸਾਹਮਣੇ ਹੱਥ ਹਿਲਾ ਦਿੰਦੇ ਹਾਂ, ਕਿਉਂਕਿ ਉਹਦੇ ਤੱਕ ਸਾਡੀ ਆਵਾਜ਼ ਤਾਂ ਨਹੀਂ ਪਹੁੰਚ ਸਕਦੀ। ਸੋ ਅਸੀਂ ਦੂਰੋਂ ਉਹਨੂੰ ਆਪਣੇ ਹੱਥ ਦੇ ਇਸ਼ਾਰੇ ਦੇ ਨਾਲ ਅਸੀਂ ਉਹਨੂੰ ਉਸ ਟਾਈਮ ਉਸ ਦੇ ਨਾਲ ਇੱਕ ਤਰ੍ਹਾਂ ਦੀ ਹੈਲੋ ਕਰ ਲੈਂਦੇ ਹਾਂ। ਜਿਹੜਾ
ਗੈਰ ਜ਼ਬਾਨੀ ਸੰਚਾਰ ਹੁੰਦਾ ਹੈ ਉਸ ਦੇ ਵਿੱਚ ਚਿੰਨ੍ਹ, ਸਾਡੀ ਬੋਡੀ ਲੈਂਗੁਏਜ, ਪਿਕਚਰਸ, ਇਹ ਸਾਰੀਆਂ ਚੀਜ਼ਾਂ ਕੰਮ ਆਉਂਦੀਆਂ ਸੰਚਾਰ ਕਰਨ ਦੇ ਲਈ। ਜਿਵੇਂ ਕਿ ਤੁਸੀਂ ਰੋਡ 'ਤੇ ਸਾਈਨ ਦੇਖੇ ਹੋਣਗੇ, ਰੋਡ 'ਤੇ ਸਾਈਨਸ ਲੱਗੇ ਹੁੰਦੇ ਆ, ਪੈਡੈਸਟਰੀਅਨ ਦੇ ਸਾਈਨਸ ਲੱਗੇ ਹੁੰਦੇ ਆ, ਉੱਚੀ ਹੌਰਨ ਨਾ ਵਜਾਉਣ ਦੇ ਸਾਈਨਸ ਲੱਗੇ ਹੁੰਦੇ ਆ, ਨੇੜੇ ਸਕੂਲ ਹੈ ਇਸ ਦੇ ਸਾਈਨ ਬੋਰਡ ਲੱਗੇ ਹੁੰਦੇ ਹਨ। ਇਹ ਜਿਹੜੇ ਸਾਈਨ ਬੋਰਡ ਨੇ ਇਹਨਾਂ ਤੋਂ ਪਤਾ ਚੱਲਦਾ ਹੈ ਕਿ ਅੱਗੇ ਸਕੂਲ ਹੈ, ਕਿ ਆਪਣੀ ਗਤੀ ਘਟਾ ਲਓ, ਅੱਗੇ ਤਿੱਖਾ ਮੋੜ ਹੈ, ਐਕਸੀਡੈਂਟਲ ਪ੍ਰੋਨ ਏਰੀਆ ਹੈ, ਵਰਕ ਇਨ ਪ੍ਰੋਗਰੈਸ ਹੈ। ਸੋ ਇਹ ਨਾਨ ਵਰਬਲ ਕਮਿਊਨੀਕੇਸ਼ਨ ਦੇ ਅੰਦਰ ਆਉਂਦੇ ਹਨ, ਗੈਰ ਜ਼ੁਬਾਨੀ ਸੰਚਾਰ ਦੇ ਅੰਦਰ, ਜਿਹੜੇ ਕਿ ਜਿਸ ਰਾਹੀਂ ਸਾਨੂੰ ਬਿਨਾਂ ਬੋਲੇ ਅਤੇ ਬਿਨਾਂ ਲਿਖੇ ਸਾਨੂੰ ਸੰਦੇਸ਼ ਮਿਲ ਜਾਂਦਾ ਹੈ। ਇਟ ਇਨਕਲੂਡਸ ਫੇਸ਼ੀਅਲ ਐਕਸਪ੍ਰੈਸ਼ਨਸ, ਜੈਸਚਰਸ, ਆਈ ਕੰਟੈਕਟ, ਫਿਜ਼ੀਕਲ ਅਪੀਅਰੈਂਸ ਐਟਸੈਟਰਾ। ਇਸ ਦੇ ਵਿੱਚ ਸਾਡੀ ਬੋਡੀ ਲੈਂਗੁਏਜ, ਸਾਡੇ ਚਿਹਰੇ ਦੇ ਹਾਵ ਭਾਵ, ਅੱਖਾਂ ਦਾ ਸੰਪਰਕ ਅਤੇ ਸਾਡਾ ਜਿਹੜੀ ਫਿਜ਼ੀਕਲ ਸਾਡੀ ਬਾਹਰੀ ਦਿੱਖ ਹੈ, ਸਰੀਰਕ ਦਿੱਖ ਹੈ, ਉਸ ਦੇ ਨਾਲ ਵੀ ਸਾਨੂੰ ਕਾਫੀ ਪਤਾ ਚੱਲਦਾ ਹੈ ਕਿ ਅਸੀਂ ਕਿਸ ਤਰੀਕੇ ਨਾਲ ਗੱਲਬਾਤ ਕਰ ਰਹੇ ਹਾਂ। ਸੋ ਆਓ ਬੱਚੋ, ਹੁਣ ਅੱਜ ਅਸੀਂ ਪੜ੍ਹਾਂਗੇ ਰਿਟਨ ਅਤੇ ਓਰਲ ਕਮਿਊਨੀਕੇਸ਼ਨ ਬਾਰੇ। ਆਓ ਬੱਚਿਓ, ਹੁਣ ਅਸੀਂ ਓਰਲ ਕਮਿਊਨੀਕੇਸ਼ਨ ਬਾਰੇ ਪੜ੍ਹਦੇ ਹਾਂ। ਓਰਲ ਕਮਿਊਨੀਕੇਸ਼ਨ ਕੀ ਹੈ? ਬੋਲੀ ਰਾਹੀਂ ਸੰਚਾਰ। ਐਨੀਥਿੰਗ ਦੈਟ ਐਮੀਨੇਟਸ ਫਰੋਮ ਦਾ ਮਾਊਥ ਇਜ਼ ਰੈਫਰਡ ਐਜ਼ ਓਰਲ ਕਮਿਊਨੀਕੇਸ਼ਨ। ਜਿਹੜੀ ਵੀ ਗੱਲ ਜ਼ੁਬਾਨ ਰਾਹੀਂ ਬਾਹਰ ਨਿਕਲਦੀ ਹੈ ਉਸ ਨੂੰ ਅਸੀਂ ਓਰਲ ਕਮਿਊਨੀਕੇਸ਼ਨ ਕਹਿੰਦੇ ਹਾਂ। ਬੋਲ ਕੇ ਕੀਤਾ ਹੋਇਆ ਸੰਚਾਰ, ਬੋਲੀ ਰਾਹੀਂ ਕੀਤਾ ਗਿਆ ਸੰਚਾਰ। ਐਟਰੀਬਿਊਟਸ ਆਫ ਗੁੱਡ ਓਰਲ ਕਮਿਊਨੀਕੇਸ਼ਨ। ਐਟਰੀਬਿਊਟਸ ਮਤਲਬ ਕਿ ਕਿਹੜੇ ਚੰਗੇ ਗੁਣ ਹੋਣੇ ਚਾਹੀਦੇ ਹਨ ਇੱਕ ਅੱਛੀ ਓਰਲ ਕਮਿਊਨੀਕੇਸ਼ਨ ਦੇ ਵਿੱਚ, ਗੱਲਬਾਤ ਕਰਨ ਦਾ ਤਰੀਕਾ ਕਿਵੇਂ ਵਧੀਆ ਹੋ ਸਕਦਾ ਹੈ। ਸਾਊਂਡਸ ਐਂਡ ਸਾਊਂਡਸ ਕੰਬੀਨੇਸ਼ਨ, ਕਿ ਜਿਹੜੀ ਵੀ ਸਾਡੀ ਧੁਨੀ ਹੈ, ਧੁਨੀ ਅਤੇ ਉਹਦੇ ਨਾਲ ਜਿਹੜੇ ਵੀ ਅਸੀਂ ਕੰਬੀਨੇਸ਼ਨ ਯੂਜ਼ ਕਰ ਰਹੇ ਹਾਂ ਗੱਲਬਾਤ ਕਰਨ ਸਮੇਂ, ਉਹ ਕਿਵੇਂ ਦੇ ਨੇ। ਸਟਰੈਸ, ਅਸੀਂ ਇੱਕ ਗੱਲ 'ਤੇ ਕਿੰਨਾ ਕੁ ਜ਼ੋਰ ਪਾ ਰਹੇ ਹਾਂ, ਜਿਹੜੀ ਜ਼ਰੂਰੀ ਗੱਲ ਹੈ ਉੱਤੇ ਅਸੀਂ ਜ਼ਿਆਦਾ ਜ਼ੋਰ ਪਾਉਂਦੇ ਹਾਂ। ਰਿਦਮ, ਕਿ ਇੱਕ ਸਾਡੀ ਗੱਲ ਇੱਕ ਲੈਅ ਦੇ ਵਿੱਚ ਹੋਣੀ ਚਾਹੀਦੀ ਹੈ। ਇੰਟੋਨੇਸ਼ਨ ਐਂਡ ਸਪੀਡ, ਸਾਡੀ ਜਿਹੜੀ ਸਪੀਡ ਹੈ ਨਾ ਤਾਂ ਉਹ ਸਾਡੀ ਜ਼ਿਆਦਾ ਹੋਣੀ ਚਾਹੀਦੀ ਹੈ ਨਾ ਘੱਟ ਹੋਣੀ ਚਾਹੀਦੀ ਹੈ। ਪੌਜ਼, ਅਸੀਂ ਗੱਲ ਕਰਦੇ ਹੋਏ ਵਿੱਚ ਥੋੜ੍ਹਾ ਥੋੜ੍ਹਾ ਰੁਕਣਾ ਵੀ ਹੁੰਦਾ ਹੈ, ਕਿਉਂਕਿ ਅਗਰ ਅਸੀਂ ਇਕਸਾਰਤਾ ਵਿੱਚ ਬੋਲਦੇ ਜਾਵਾਂਗੇ ਤਾਂ ਹੋ ਸਕਦਾ ਹੈ ਸਾਡੀ ਗੱਲ ਸਾਹਮਣੇ ਵਾਲੇ ਪਰਸਨ ਨੂੰ ਨਾ ਸਮਝ ਲੱਗੇ। ਕਲੈਰਿਟੀ ਆਫ ਆਰਟੀਕੂਲੇਸ਼ਨ, ਵੀਡੀਓ ਵੋਇਸ ਮੋਡੂਲੇਸ਼ਨ, ਵੋਲੀਅਮ ਐਂਡ ਪਿਚ ਵੇਰੀਏਸ਼ਨ, ਕਿ ਤੁਹਾਡਾ ਜੋ ਵੀ ਤੁਹਾਡਾ ਟੌਪਿਕ ਹੈ, ਜੋ ਵੀ ਜਿਸ ਰਿਗਾਰਡਿੰਗ ਵੀ ਤੁਸੀਂ ਗੱਲ ਕਰ ਰਹੇ ਹੋ, ਉਹ ਤੁਹਾਡਾ ਕਲੀਅਰ ਹੋਣਾ ਚਾਹੀਦਾ ਹੈ। ਤੁਹਾਡੀ ਵੋਇਸ ਦਾ ਵੋਲੀਅਮ ਔਰ ਜਿਹੜੀ ਤੁਹਾਡੀ ਵੋਇਸ ਦੀ ਜਿਹੜੀ ਤੀਵਰਤਾ, ਜਿਹਨੂੰ ਪਿਚ ਕਹਿੰਦੇ ਆ, ਉਹ ਸਹੀ ਹੋਣੀ ਚਾਹੀਦੀ ਆ। ਕਿ ਤੁਹਾਡੀ ਗੱਲਬਾਤ, ਤੁਹਾਡੇ ਐਕਸਪ੍ਰੈਸ਼ਨਸ ਤੁਹਾਡੇ ਨਾਲ ਚੇਂਜ ਹੋਣੇ ਚਾਹੀਦੇ। ਜਿਸ ਤਰ੍ਹਾਂ ਦੀ ਗੱਲਬਾਤ ਹੋ ਰਹੀ ਹੈ ਉਸ ਅਕੋਰਡਿੰਗ ਤੁਹਾਡੇ ਐਕਸਪ੍ਰੈਸ਼ਨਸ ਵੀ ਚੇਂਜ ਹੋਣੇ ਚਾਹੀਦੇ। ਅਦਰਵਾਈਜ਼ ਕੀ ਹੋਏਗਾ ਕਿ ਜਿਹੜੀ ਤੁਹਾਡੀ ਸਪੀਚ ਹੈ ਸਾਹਮਣੇ ਵਾਲੇ ਪਰਸਨ ਨੂੰ ਬੋਰਿੰਗ ਲੱਗੇਗੀ, ਜਾਂ ਤੁਹਾਡੀ ਗੱਲ ਆ ਸਾਹਮਣੇ ਵਾਲੇ ਬੰਦੇ ਨੂੰ ਬੋਰਿੰਗ ਲੱਗੇਗੀ। ਚਾਹੇ ਤੁਹਾਡੀ ਟਾਕ ਓਫੀਸ਼ੀਅਲ ਹੈ, ਚਾਹੇ ਤੁਹਾਡੀ ਟਾਕ ਅਨਓਫੀਸ਼ੀਅਲ ਹੈ, ਕਿਸੇ ਵੀ ਟੌਪਿਕ 'ਤੇ ਤੁਸੀਂ ਕਿਸੇ ਵੀ ਪਰਸਨ ਨਾਲ ਗੱਲ ਕਰ ਰਹੇ ਹੋ, ਬਟ ਜਿਹੜੀ ਤੁਹਾਡੀ ਸਪੀਚ ਹੈ ਉਹ ਕਦੀ ਵੀ ਮੋਨੋਟਨਸ ਨਹੀਂ ਹੋਣੀ ਚਾਹੀਦੀ। ਬਿਲਕੁਲ ਹੀ ਇੱਦਾਂ ਨਹੀਂ ਹੋਣੀ ਚਾਹੀਦੀ ਕਿ ਤੁਸੀਂ ਸਿਰਫ ਬੋਲ ਰਹੇ ਹੋ, ਐਕਸਪ੍ਰੈਸ਼ਨਲੈਸ ਬੋਲ ਰਹੇ ਹੋ। ਜਦੋਂ ਤੱਕ ਤੁਸੀਂ ਆਪਣੀ ਸਪੀਚ ਦੇ ਵਿੱਚ ਅੱਛੇ ਕਰੈਕਟਰਿਸਟਿਕਸ, ਅੱਛੇ ਗੁਣ ਨਹੀਂ ਲੈ ਕੇ ਆਉਂਦੇ ਆਪਣੀ ਕਮਿਊਨੀਕੇਸ਼ਨ ਦੇ ਵਿੱਚ, ਜਦੋਂ ਤੁਸੀਂ ਬੋਲ ਕੇ ਗੱਲ ਕਰਦੇ ਆ ਤਾਂ ਜਿਹੜਾ ਸਾਹਮਣੇ ਵਾਲਾ ਪਰਸਨ ਆ ਉਹ ਤੁਹਾਡੀ ਗੱਲ ਦੇ ਵਿੱਚ ਦਿਲਚਸਪੀ ਨਹੀਂ ਲੈ ਪਾਉਂਦਾ। ਸੋ ਆਪਣੀ ਗੱਲ ਨੂੰ ਦਿਲਚਸਪ ਬਣਾਉਣ ਦੇ ਲਈ ਔਰ ਇਸ ਦੇਖਣ ਲਈ ਕਿ ਸਾਹਮਣੇ ਵਾਲਾ ਪਰਸਨ ਤੁਹਾਡੀ ਗੱਲ ਨੂੰ ਅੱਛੀ ਤਰ੍ਹਾਂ ਸਮਝੇ, ਸੋ ਜਿਹੜੀ ਤੁਹਾਡੀ ਗੱਲ ਦਾ ਕੰਟੈਂਟ ਆ ਬਹੁਤ ਅੱਛਾ ਹੋਣਾ ਚਾਹੀਦਾ। ਤੁਹਾਡੀ ਵੋਲੀਅਮ 'ਤੇ, ਤੁਹਾਡੀ ਸਾਊਂਡ 'ਤੇ ਕੰਟਰੋਲ ਹੋਣਾ ਚਾਹੀਦਾ, ਤੁਹਾਡਾ ਮੈਸੇਜ ਕਲੀਅਰ ਹੋਣਾ ਚਾਹੀਦਾ। ਔਰ ਇਹ ਸਾਰੀਆਂ ਚੀਜ਼ਾਂ ਮਿਲ ਕੇ ਹੀ ਇੱਕ ਅੱਛਾ ਓਰਲ ਕਮਿਊਨੀਕੇਸ਼ਨ ਬਣਾਉਂਦੀਆਂ ਆ। ਕਿ ਅਗਰ ਹਰ ਇੱਕ ਚੀਜ਼ ਅੱਛੇ ਤਰੀਕੇ ਨਾਲ, ਦਿਲਚਸਪ ਤਰੀਕੇ ਨਾਲ ਚੱਲਦੀ ਰਹੇਗੀ ਤਾਂ ਹੀ ਜਿਹੜੀ ਤੁਹਾਡੀ ਕਮਿਊਨੀਕੇਸ਼ਨ ਆ ਉਸ ਨੂੰ ਕੰਪਲੀਟ ਮੰਨਿਆ ਜਾਂਦਾ ਹੈ। ਕਮਿਊਨੀਕੇਸ਼ਨ ਦੇ ਵਿੱਚ ਕਹਿੰਦੇ ਨੇ ਕਿ ਇਕਸਾਰਤਾ, ਸੰਪੂਰਨਤਾ, ਕੰਪਲੀਟਨੈਸ, ਕਲੈਰਿਟੀ, ਕੰਸਾਈਜ਼ਨੈਸ, ਇਹ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਹਨ ਕਿ ਤੁਹਾਡਾ ਜਿਹੜਾ ਸੰਦੇਸ਼ ਹੈ ਸਹੀ ਹੋਵੇ, ਸੰਖੇਪ ਹੋਵੇ, ਸੰਪੂਰਨ ਹੋਵੇ ਅਤੇ ਸਪਸ਼ਟ ਹੋਵੇ, ਤਾਂ ਕਿ ਸਾਹਮਣੇ ਵਾਲੇ ਪਰਸਨ ਨੂੰ ਤੁਹਾਡਾ ਸੰਦੇਸ਼ ਸਹੀ ਤਰੀਕੇ ਨਾਲ ਸਮਝ ਆ ਜਾਵੇ। ਬੱਚਿਓ, ਹੁਣ ਅਸੀਂ ਗੱਲ ਕਰਾਂਗੇ ਮੈਥਡਸ ਆਫ ਓਰਲ ਕਮਿਊਨੀਕੇਸ਼ਨ। ਓਰਲ ਕਮਿਊਨੀਕੇਸ਼ਨ ਦੇ ਕਿਹੜੇ ਮੈਥਡਸ ਹਨ। ਸਭ ਤੋਂ ਪਹਿਲਾ ਮੈਥਡ ਹੈ ਫੇਸ ਟੂ ਫੇਸ ਕਮਿਊਨੀਕੇਸ਼ਨ। ਜਦੋਂ ਅਸੀਂ ਕਿਸੇ ਪਰਸਨ ਦੇ ਨਾਲ ਆਮੋ ਸਾਹਮਣੇ ਬੈਠੇ ਹੁੰਦੇ ਹਾਂ ਤਾਂ ਉਹਦੇ ਨਾਲ ਅਸੀਂ ਬੋਲੀ ਰਾਹੀਂ ਹੀ ਸੰਚਾਰ ਕਰਦੇ ਹਾਂ, ਕਿਉਂਕਿ ਅਸੀਂ ਆਮੋ ਸਾਹਮਣੇ ਇੱਕ ਦੂਸਰੇ ਦੇ ਫਿਜ਼ੀਕਲ ਕੰਟੈਕਟ ਦੇ ਵਿੱਚ ਬੈਠੇ ਹੋਵਾਂਗੇ ਤਾਂ ਆਰਾਮ ਦੇ ਨਾਲ ਇੱਕ ਦੂਸਰੇ ਨਾਲ ਗੱਲ ਕਰ ਸਕਾਂਗੇ ਅਤੇ ਇੱਕ ਦੂਸਰੇ ਨੂੰ ਆਪਣੀ ਗੱਲ ਸਮਝਾ ਵੀ ਸਕਾਂਗੇ। ਸੈਕਿੰਡ ਨੰਬਰ 'ਤੇ ਹੈ ਇੰਟਰਵਿਊਜ਼। ਜਦੋਂ ਅਸੀਂ ਇੰਟਰਵਿਊ ਦੇ ਲਈ ਜਾਂਦੇ ਹਾਂ ਤਾਂ ਜਿਹੜਾ ਸਾਡਾ ਇੰਟਰਵਿਊ ਲੈਣ ਵਾਲਾ ਅਧਿਕਾਰੀ ਹੁੰਦੇ ਆ, ਉਹ ਐਪਲੀਕੈਂਟ ਦੀ ਇੰਟਰਵਿਊ ਲੈਂਦੇ ਹਨ। ਉਹ ਉਹਨਾਂ ਨੂੰ ਬੋਲ ਕੇ ਪ੍ਰਸ਼ਨ ਪੁੱਛਦੇ ਹਨ ਅਤੇ ਐਪਲੀਕੈਂਟ ਉਸ ਦਾ ਜਵਾਬ ਬੋਲ ਕੇ ਦਿੰਦੇ ਹਨ। ਸੋ ਉਹ ਵੀ ਬੋਲੀ ਰਾਹੀਂ ਸੰਚਾਰ ਦਾ ਹੀ ਇੱਕ ਮੈਥਡ ਹੈ। ਟੈਲੀਫੋਨ ਕਨਵਰਸੇਸ਼ਨ, ਜਦੋਂ ਅਸੀਂ ਕਿਸੇ ਵਿਅਕਤੀ ਦੇ ਨਾਲ ਟੈਲੀਫੋਨ ਰਾਹੀਂ ਗੱਲ ਕਰਦੇ ਹਾਂ, ਉਹ ਵੀ ਬੋਲੀ ਰਾਹੀਂ ਸੰਚਾਰ ਹੀ ਹੁੰਦਾ ਹੈ, ਕਿਉਂਕਿ ਅਸੀਂ ਉਸ ਟਾਈਮ ਟੈਲੀਫੋਨ 'ਤੇ ਬੋਲ ਕੇ ਹੀ ਗੱਲ ਕਰ ਰਹੇ ਹੁੰਦੇ ਹਾਂ।
ਗ੍ਰੇਪ ਵਾਈਨ ਦਾ ਮਤਲਬ ਹੁੰਦਾ ਹੈ ਰਿਊਮਰਸ ਦੇ ਥਰੂ ਵੀ ਸਾਡੇ ਨਾਲ ਓਰਲ ਕਮਿਊਨੀਕੇਸ਼ਨ ਹੁੰਦੀ ਹੈ। ਗ੍ਰੇਪ ਵਾਈਨ ਦਾ ਮਤਲਬ ਅਗਰ ਅਸੀਂ ਪ੍ਰੀਸਾਈਜ਼ ਵੇ ਦੇ ਨਾਲ ਦੱਸਿਆ ਜਾਵੇ ਤਾਂ ਇਹ ਹੁੰਦਾ ਹੈ ਕਿ ਇਨਫੋਰਮਲ ਤਰੀਕੇ ਦੇ ਨਾਲ ਇੱਕ ਦੂਸਰੇ ਤੋਂ ਸਾਨੂੰ ਕੋਈ ਇੱਦਾਂ ਦੀ ਨਿਊਜ਼ ਪਤਾ ਚੱਲਦੀ ਹੈ ਜਿਸ ਦੀ ਕੋਈ ਵੀ ਹਜੇ ਤੱਕ ਸਪਸ਼ਟਤਾ ਨਹੀਂ ਹੁੰਦੀ, ਬਟ ਉਹ ਸਾਨੂੰ ਪਤਾ ਚੱਲ ਜਾਂਦੀ ਹੈ। ਸੋ ਇਹ ਸਾਰੇ ਓਰਲ ਕਮਿਊਨੀਕੇਸ਼ਨ ਦੇ ਮੈਥਡ। ਬੱਚਿਓ, ਗਰੁੱਪਸ ਦੇ ਵਿੱਚ ਓਰਲ ਕਮਿਊਨੀਕੇਸ਼ਨ ਕਿਹੜੇ ਮੈਥਡ ਨਾਲ ਕੀਤੀ ਜਾਂਦੀ ਹੈ? ਸਭ ਤੋਂ ਪਹਿਲਾਂ ਜਦੋਂ ਨੈਗੋਸ਼ੀਏਸ਼ਨਸ ਕਰਦੇ ਹਾਂ, ਜਦੋਂ ਅਸੀਂ ਕਿਸੇ ਇੱਕ ਮੁੱਦੇ 'ਤੇ ਇਕੱਠੇ ਬੈਠ ਕੇ ਗੱਲ ਕਰਦੇ ਹਾਂ ਔਰ ਉਸ 'ਤੇ ਕਿਸੇ ਇੱਕ ਨਤੀਜੇ 'ਤੇ ਆਉਣਾ ਹੁੰਦਾ, ਉਸ ਨੂੰ ਨੈਗੋਸ਼ੀਏਸ਼ਨ ਕਹਿੰਦੇ ਹਾਂ। ਜਦੋਂ ਅਸੀਂ ਮੀਟਿੰਗਸ ਕਰਦੇ ਹਾਂ, ਆਫਿਸ ਦੀਆਂ ਮੀਟਿੰਗਸ ਜਾਂ ਫੈਮਿਲੀ ਮੀਟਿੰਗਸ, ਉੱਥੇ ਵੀ ਅਸੀਂ ਗਰੁੱਪ ਦੇ ਵਿੱਚ ਓਰਲ ਕਮਿਊਨੀਕੇਸ਼ਨ ਕਰ ਸਕਦੇ ਹਾਂ। ਲੈਕਚਰ ਔਰ ਸਪੀਚ, ਜਦੋਂ ਅਸੀਂ ਕੋਈ ਲੈਕਚਰ ਡਿਲੀਵਰ ਕਰ ਰਹੇ ਹੁੰਦੇ ਹਾਂ ਜਾਂ ਸਪੀਚ ਡਿਲੀਵਰ ਕਰ ਰਹੇ ਹੁੰਦੇ ਹਾਂ, ਉਦੋਂ ਵੀ ਅਸੀਂ ਬਹੁਤ ਵੱਡੇ ਗਰੁੱਪ ਨੂੰ ਕਮਿਊਨੀਕੇਟ ਕਰ ਰਹੇ ਹੁੰਦੇ ਹਾਂ। ਜਿਹੜਾ ਸਪੀਕਰ ਹੁੰਦਾ ਹੈ ਜਾਂ ਜਿਹੜਾ ਲੈਕਚਰਰ ਹੁੰਦਾ ਹੈ, ਉਹ ਬਹੁਤ ਵੱਡੇ ਸਮੂਹ ਨੂੰ ਆਪਣੀ ਸਪੀਚ ਦੇ ਰਿਹਾ ਹੁੰਦਾ ਹੈ। ਪ੍ਰੈਜੈਂਟੇਸ਼ਨ, ਜਦੋਂ ਅਸੀਂ ਪ੍ਰੈਜੈਂਟੇਸ਼ਨਸ ਕਿਸੇ ਵੀ ਰੂਪ ਦੇ ਵਿੱਚ ਪ੍ਰੈਜੈਂਟੇਸ਼ਨ ਦਿੰਦੇ ਹਾਂ ਤਾਂ ਉਹ ਵੀ ਬਹੁਤ ਵੱਡੇ ਗਰੁੱਪ ਨੂੰ ਪ੍ਰੈਜੈਂਟ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਕਾਨਫਰੰਸਿਸ, ਸੈਮੀਨਾਰਸ ਐਂਡ ਵਰਕਸ਼ਾਪ, ਜਿਹੜੀ ਵੀ ਕਾਨਫਰੰਸ, ਕੋਈ ਵੀ ਬਿਜ਼ਨਸ ਕਾਨਫਰੰਸ ਹੋਵੇ ਜਾਂ ਸੈਮੀਨਾਰਸ ਹੋਣ ਜਾਂ ਵਰਕਸ਼ਾਪਸ ਹੋਣ, ਉਹਦੇ ਵਿੱਚ ਵੀ ਬਹੁਤ ਵੱਡਾ ਗਰੁੱਪ ਹੁੰਦਾ ਲੋਕਾਂ ਦਾ, ਜਿਹੜਾ ਸਮੂਹ ਹੁੰਦਾ ਹੈ, ਉਹਨਾਂ ਦੇ ਨਾਲ ਓਰਲ ਕਮਿਊਨੀਕੇਸ਼ਨ ਕਰਕੇ ਉਹਨਾਂ ਨੂੰ ਇਨਫੋਰਮੇਸ਼ਨ ਅਤੇ ਹੋਰ ਚੀਜ਼ਾਂ ਸ਼ੇਅਰ ਕੀਤੀਆਂ ਜਾਂਦੀਆਂ ਹਨ। ਆਓ ਹੁਣ ਅਸੀਂ ਓਰਲ ਕਮਿਊਨੀਕੇਸ਼ਨ ਦੇ ਕੁਝ ਲਾਭਾਂ ਬਾਰੇ ਗੱਲ ਕਰਦੇ ਹਾਂ। ਸਭ ਤੋਂ ਪਹਿਲਾ ਲਾਭ ਹੈ ਇਮੀਡੀਏਟ ਫੀਡਬੈਕ। ਇਮੀਡੀਏਟ ਫੀਡਬੈਕ ਦਾ ਮਤਲਬ ਹੈ ਸਾਨੂੰ ਤੁਰੰਤ ਹੀ ਪ੍ਰਤੀਕਿਰਿਆ ਮਿਲ ਜਾਂਦੀ ਹੈ। ਜੋ ਵੀ ਅਸੀਂ ਸਾਹਮਣੇ ਵਾਲੇ ਵਿਅਕਤੀ ਨਾਲ ਬੋਲ ਕੇ ਗੱਲ ਕਰ ਰਹੇ ਹੁੰਦੇ ਹਾਂ, ਚਾਹੇ ਉਹ ਵਿਅਕਤੀ ਸਾਡੇ ਸਾਹਮਣੇ ਬੈਠਾ ਹੈ ਜਾਂ ਅਸੀਂ ਫ਼ੋਨ 'ਤੇ ਗੱਲ ਕਰ ਰਹੇ ਹੁੰਦੇ ਹਾਂ, ਸਾਨੂੰ ਉਸ ਦਾ ਜਵਾਬ ਤੁਰੰਤ ਹੀ ਮਿਲ ਜਾਂਦਾ ਹੈ। ਬੈਟਰ ਰਿਲੇਸ਼ਨਸ਼ਿਪਸ, ਜਦੋਂ ਅਸੀਂ ਬੋਲ ਕੇ ਇੱਕ ਦੂਸਰੇ ਦੇ ਨਾਲ ਗੱਲਬਾਤ ਕਰਦੇ ਹਾਂ ਤਾਂ ਉਸ ਦੇ ਨਾਲ ਸਾਡੇ ਜਿਹੜੇ ਸੰਬੰਧ ਨੇ ਬਹੁਤ ਬਿਹਤਰ ਹੁੰਦੇ ਹਨ ਅਤੇ ਸੰਬੰਧ ਮਜ਼ਬੂਤ ਹੁੰਦੇ ਹਨ। ਟਾਈਮ ਸੇਵਿੰਗ, ਇਹ ਇੱਕ ਟਾਈਮ ਸੇਵਿੰਗ ਪ੍ਰਕਿਰਿਆ ਹੈ ਜਿਸ ਦੇ ਵਿੱਚ ਕਿ ਜਦੋਂ ਸਾਹਮਣੇ ਵਾਲਾ ਵਿਅਕਤੀ ਨਾਲ ਅਸੀਂ ਕੋਈ ਵੀ ਵਿਚਾਰ ਜਾਂ ਕੋਈ ਇਨਫੋਰਮੇਸ਼ਨ ਸਾਂਝੀ ਕਰਨੀ ਹੁੰਦੀ ਹੈ ਤਾਂ ਅਸੀਂ ਉਸ ਦੇ ਨਾਲ ਉਸੇ ਵੇਲੇ ਉਸ ਦੇ ਕੋਲ ਜਾ ਕੇ ਜਾਂ ਉਸ ਨੂੰ ਟੈਲੀਫੋਨ ਕਰਕੇ ਉਸ ਦੇ ਨਾਲ ਗੱਲਬਾਤ ਕਰ ਸਕਦੇ ਹਾਂ। ਇਫੈਕਟਿਵ ਟੂਲ ਆਫ ਪਰਸੂਏਸ਼ਨ, ਜਦੋਂ ਅਸੀਂ ਕਿਸੇ ਨੂੰ ਕੋਈ ਚੀਜ਼ ਸਮਝਾਉਣੀ ਹੋਵੇ ਜਾਂ ਕਿਸੇ ਨੂੰ ਕੋਈ ਚੀਜ਼ ਮਨਵਾਉਣੀ ਹੋਵੇ ਤਾਂ ਸਭ ਤੋਂ ਇਫੈਕਟਿਵ ਟੂਲ ਓਰਲ ਕਮਿਊਨੀਕੇਸ਼ਨ ਹੀ ਹੁੰਦਾ ਹੈ। ਜਦੋਂ ਅਸੀਂ ਕਿਸੇ ਨੂੰ ਕਿਸੇ ਚੀਜ਼ ਲਈ ਕਨਵਿੰਸ ਕਰਨਾ ਹੈ ਤਾਂ ਅਸੀਂ ਬੋਲ ਕੇ ਹੀ ਕਰ ਸਕਦੇ ਹਾਂ। ਇਹ ਚੀਜ਼ ਕਿਸੇ ਹੋਰ ਤਰੀਕੇ ਨਾਲ ਨਹੀਂ ਹੋ ਸਕਦੀ। ਇਫੈਕਟਿਵ ਟੂਲ ਆਫ ਗਰੁੱਪ ਕਮਿਊਨੀਕੇਸ਼ਨ, ਜਦੋਂ ਅਸੀਂ ਗਰੁੱਪ ਦੇ ਵਿੱਚ ਕਮਿਊਨੀਕੇਟ ਕਰਨਾ ਹੋਵੇ, ਮੀਟਿੰਗਸ ਕਰਨੀਆਂ ਹੋਣ ਜਾਂ ਸੈਮੀਨਾਰਸ ਹੋਣ, ਲੈਕਚਰਸ ਹੋਣ, ਉਸ ਵੇਲੇ ਸਭ ਤੋਂ ਇਫੈਕਟਿਵ ਟੂਲ ਓਰਲ ਕਮਿਊਨੀਕੇਸ਼ਨ ਹੀ ਹੁੰਦਾ ਹੈ, ਕਿਉਂਕਿ ਬੋਲ ਕੇ ਹੀ ਅਸੀਂ ਇੰਨੇ ਸਾਰੇ ਸਮੂਹ ਗਰੁੱਪ ਨੂੰ ਕੋਈ ਵੀ ਇਨਫੋਰਮੇਸ਼ਨ ਦੇ ਸਕਦੇ ਹਾਂ ਅਤੇ ਉਹਨਾਂ ਦੇ ਨਾਲ ਵਿਚਾਰ ਸਾਂਝੇ ਕਰ ਸਕਦੇ ਹਾਂ। ਇਕਨੋਮਿਕਲ, ਇਹ ਵਾਲਾ ਜਿਹੜਾ ਤਰੀਕਾ ਹੈ ਇਹ ਜ਼ਿਆਦਾ ਮਹਿੰਗਾ ਨਹੀਂ ਹੁੰਦਾ, ਇਹ 'ਤੇ ਘੱਟ ਹੀ ਖਰਚਾ ਹੁੰਦਾ ਹੈ, ਇਕਨੋਮਿਕਲ ਹੁੰਦਾ ਹੈ ਇਸ ਲਈ। ਅਲਾਉਸ ਟੂ ਮੇਜ਼ਰ ਇਫੈਕਟਿਵਨੈਸ ਇਮੀਡੀਏਟਲੀ, ਇਸ ਦੇ ਨਾਲ ਸਾਨੂੰ ਜਿਹੜੀ ਵੀ ਅਸੀਂ ਗੱਲਬਾਤ ਕਰ ਰਹੇ ਹੁੰਦੇ ਹਾਂ ਉਸ ਦੀ ਇਫੈਕਟਿਵਨੈਸ, ਉਹਦਾ ਕੀ ਪ੍ਰਭਾਵ ਪਿਆ ਹੈ, ਉਸੇ ਵੇਲੇ ਪਤਾ ਚੱਲ ਜਾਂਦਾ ਹੈ ਕਿ ਜਿਹੜੀ ਵੀ ਗੱਲ ਅਸੀਂ ਕਰ ਰਹੇ ਹਾਂ ਉਸ ਦਾ ਸਾਹਮਣੇ ਵਾਲੀ ਵਿਅਕਤੀ 'ਤੇ ਕਿਵੇਂ ਦਾ ਔਰ ਕਿੰਨਾ ਪ੍ਰਭਾਵ ਪਿਆ ਹੈ। ਉਸ ਦੇ ਨਾਲ ਅਸੀਂ ਨਾਲ ਹੀ ਜਦੋਂ ਅਸੀਂ ਬੋਲ ਕੇ ਸੰਚਾਰ ਕਰ ਰਹੇ ਹੋਵਾਂਗੇ, ਅਸੀਂ ਅਗਰ ਸਾਨੂੰ ਲੱਗੇਗਾ ਕਿ ਇਸ ਚੀਜ਼ ਦਾ ਗਲਤ ਪ੍ਰਭਾਵ ਪਿਆ ਤਾਂ ਅਸੀਂ ਉਸ ਚੀਜ਼ ਨੂੰ ਉਸੇ ਵੇਲੇ ਠੀਕ ਕਰ ਸਕਦੇ ਹੋਵਾਂਗੇ। ਅਗਰ ਸਾਨੂੰ ਲੱਗਦਾ ਹੈ ਕਿ ਇਹ ਚੀਜ਼ ਵਧੀਆ ਪ੍ਰਭਾਵ ਪਾ ਰਹੀ ਹੈ ਤਾਂ ਅਸੀਂ ਇੱਕ ਪਰਸਨ ਨੂੰ ਕਨਵਿੰਸ ਕਰਨ ਦੇ ਵਿੱਚ ਹੋਰ ਜ਼ਿਆਦਾ ਆਪਣਾ ਐਫਰਟ ਲਗਾ ਸਕਦੇ ਹਾਂ। ਉਸ ਤੋਂ ਬਾਅਦ ਆਉਂਦਾ ਹੈ ਕਿ ਇਟ ਇਜ਼ ਦਾ ਓਨਲੀ ਵੇ ਆਊਟ ਡਿਊਰਿੰਗ ਐਨ ਐਮਰਜੈਂਸੀ। ਜਦੋਂ ਐਮਰਜੈਂਸੀ ਦਾ ਸਮਾਂ ਹੁੰਦਾ ਹੈ, ਜਦੋਂ ਕੋਈ ਇੱਦਾਂ ਦਾ ਸਮਾਂ ਆ ਜਾਂਦਾ ਹੈ ਜਿੱਥੇ ਕਿ ਅਸੀਂ ਲਿਖ ਕੇ ਕਿਸੇ ਨੂੰ ਮੈਸੇਜ ਨਹੀਂ ਕਰ ਸਕਦੇ, ਬਹੁਤ ਕੋਈ ਆਪਾਤਕਾਲੀਨ ਸਥਿਤੀ ਆ ਜਾਂਦੀ ਹੈ, ਤਾਂ ਉਸ ਵੇਲੇ ਤਾਂ ਅਸੀਂ ਬੋਲ ਕੇ ਸੰਚਾਰ ਨੂੰ ਹੀ ਮਹੱਤਤਾ ਦੇਵਾਂਗੇ। ਬੋਲ ਕੇ ਕੀਤਾ ਹੋਇਆ ਸੰਚਾਰ ਹੀ ਇੱਦਾਂ ਦੀ ਸਥਿਤੀ ਦੇ ਵਿੱਚ ਤੁਹਾਡੇ ਕੰਮ ਆਉਂਦਾ ਹੈ। ਅਗਰ ਤੁਸੀਂ ਸਪੋਜ਼ ਕਰੋ ਤੁਹਾਡੇ ਸਾਹਮਣੇ ਕੋਈ ਵਿਅਕਤੀ ਹੈ, ਉਸ ਦੇ ਅੱਗੇ ਤਿਲਕਣ ਹੈ, ਅਗਰ ਉਹ ਗਿਰਨ ਵਾਲਾ ਹੈ ਤਾਂ ਤੁਸੀਂ ਉਹਨੂੰ SMS ਥੋੜ੍ਹਾ ਕਰੋਗੇ ਉਹਦੇ ਫ਼ੋਨ 'ਤੇ ਕਿ ਹਾਂ ਤੂੰ ਗਿਰਨ ਵਾਲਾ, ਸਾਹਮਣੇ ਪਾਣੀ ਗਿਰਿਆ ਹੋਇਆ ਫਰਸ਼ 'ਤੇ, ਉਸਨੂੰ ਤੁਸੀਂ ਬੋਲ ਕੇ ਦੱਸੋਗੇ। ਸੋ ਇੱਥੋਂ ਹੀ ਇੱਕ ਇਸ ਛੋਟੀ ਜਿਹੀ ਐਗਜ਼ਾਮਪਲ ਤੋਂ ਪਤਾ ਚੱਲ ਜਾਂਦਾ ਹੈ ਕਿ ਜਦੋਂ ਕੋਈ ਸਥਿਤੀ ਜਿਹਦੇ ਵਿੱਚ ਕਿ ਕੋਈ ਦੁਰਘਟਨਾ ਹੋਣ ਦਾ ਚਾਂਸ ਹੋਵੇ ਜਾਂ ਕੋਈ ਐਮਰਜੈਂਸੀ ਹੋਵੇ, ਉਸ ਵੇਲੇ ਜਿਹੜਾ ਓਰਲ ਕਮਿਊਨੀਕੇਸ਼ਨ ਹੈ, ਬੋਲ ਕੇ ਕੀਤਾ ਹੋਇਆ ਸੰਚਾਰ ਜ਼ਿਆਦਾ ਇਫੈਕਟਿਵ ਹੁੰਦਾ ਹੈ। ਸੋ ਇਹ ਹਨ ਓਰਲ ਕਮਿਊਨੀਕੇਸ਼ਨ ਦੀਆਂ ਕੁਝ ਲਾਭ ਜਿਹੜੇ ਕਿ ਸਾਨੂੰ ਹੁੰਦੇ ਹਨ। ਜਿੱਥੇ ਸਾਨੂੰ ਲਾਭ ਮਿਲਦੇ ਹਨ ਉੱਥੇ ਨਾਲ ਹੀ ਹਾਨੀਆਂ ਵੀ ਕੁਝ ਨਾਲ ਹੀ ਆ ਜਾਂਦੀਆਂ ਹਨ। ਸੋ ਹੁਣ ਅਸੀਂ ਗੱਲ ਕਰਦੇ ਹਾਂ ਡਿਸਐਡਵਾਂਟੇਜਿਸ ਆਫ ਓਰਲ ਕਮਿਊਨੀਕੇਸ਼ਨ। ਸਭ ਤੋਂ ਪਹਿਲਾ ਡਿਸਐਡਵਾਂਟੇਜ ਹੈ ਲੈਕ ਆਫ ਰਿਟੈਂਸ਼ਨ ਔਰ ਡਾਕੂਮੈਂਟੇਸ਼ਨ। ਜਿਹੜੀ ਬੋਲ ਕੇ ਕੀਤੀ ਹੋਈ ਗੱਲ ਹੈ ਉਹ ਜਲਦੀ ਭੁੱਲ ਵੀ ਸਕਦੀ ਹੈ ਅਤੇ ਉਸ ਦਾ ਕੋਈ ਡਾਕੂਮੈਂਟੇਸ਼ਨ ਵੀ ਨਹੀਂ ਹੁੰਦਾ।
ਸੈਕਿੰਡ ਹੈ ਡਿਸਟੋਰਸ਼ਨ ਇਨ ਪਾਸਿੰਗ ਦਾ ਮੈਸੇਜ। ਡਿਸਟੋਰਸ਼ਨ ਮਤਲਬ ਕਿ ਜਿਹੜੀ ਤੁਹਾਡੀ ਗੱਲ ਹੈ ਅੱਗੇ ਤੋਂ ਅੱਗੇ ਪਾਸ ਹੁੰਦੇ ਹੁੰਦੇ, ਮੈਂ ਏ ਨੇ ਬੀ ਨੂੰ ਕਿਹਾ ਇਹ ਵਾਲੀ ਗੱਲ, ਬੀ ਨੇ ਅੱਗੇ ਸੀ ਨੂੰ ਦੱਸਣੀ ਆ, ਸੀ ਤੱਕ ਪਹੁੰਚਦੇ ਹੋਏ ਏ ਦਾ ਮੈਸੇਜ ਬਹੁਤ ਤਰ੍ਹਾਂ ਨਾਲ ਚੇਂਜ ਹੋ ਜਾਣਾ ਹੈ, ਕਿਉਂਕਿ ਸਾਡੀ ਜਿਹੜੀ ਬੋਲੀ ਹੈ, ਸਾਡੇ ਜਿਹੜੇ ਹਾਵ ਭਾਵ ਨੇ ਇੱਕ ਮੈਸੇਜ ਨੂੰ ਚੇਂਜ ਕਰ ਸਕਦੇ ਹਨ। ਡਿਸਟੋਰਟ ਹੋ ਸਕਦਾ ਮੈਸੇਜ ਤੁਹਾਡਾ, ਕੁਛ ਦੀ ਕੁਛ ਗੱਲ ਬਣ ਸਕਦੀ ਹੈ। ਨੋ ਲੀਗਲ ਵੈਲਿਡਿਟੀ, ਬੋਲ ਕੇ ਕੀਤੇ ਹੋਏ ਸੰਚਾਰ ਦੀ ਕੋਈ ਵੀ ਲੀਗਲ ਵੈਲਿਡਿਟੀ ਨਹੀਂ ਹੁੰਦੀ। ਪੋਸੀਬਿਲਿਟੀ ਆਫ ਮਿਸਅੰਡਰਸਟੈਂਡਿੰਗ, ਇਸ ਦੇ ਵਿੱਚ ਬਹੁਤ ਜ਼ਿਆਦਾ ਪੋਸੀਬਿਲਿਟੀ ਹੁੰਦੀ ਹੈ ਕਿ ਮਿਸਅੰਡਰਸਟੈਂਡਿੰਗ ਹੋ ਸਕੇ, ਕਿਉਂਕਿ ਜਿੱਦਾਂ ਕਿ ਅਸੀਂ ਸੈਕਿੰਡ ਨੰਬਰ ਪੁਆਇੰਟ ਪੜ੍ਹਿਆ ਸੀ ਕਿ ਜਾਂਦੇ ਜਾਂਦੇ ਇਨਫੋਰਮੇਸ਼ਨ ਥੋੜ੍ਹੀ ਚੇਂਜ ਹੋ ਸਕਦੀ ਹੈ ਜਾਂ ਖ਼ਰਾਬ ਹੋ ਸਕਦੀ ਹੈ। ਸੋ ਅਗਰ ਇੱਕ ਪਰਸਨ ਵੱਲੋਂ ਗਲਤ ਇਨਫੋਰਮੇਸ਼ਨ ਦਿੱਤੀ ਜਾਏਗੀ ਤਾਂ ਹੋ ਸਕਦਾ ਹੈ ਕਿ ਉਸਦੀ ਸਾਹਮਣੇ ਵਾਲੇ ਪਰਸਨ ਦੇ ਨਾਲ ਜਾਂ ਕਿਸੇ ਹੋਰ ਪਰਸਨ ਦੇ ਨਾਲ ਕੋਈ ਮਿਸਅੰਡਰਸਟੈਂਡਿੰਗ ਜਾਂ ਮਤਭੇਦ ਹੋ ਜਾਵੇ। ਅਨਸੂਟੇਬਲ ਫॉर ਲੌਂਗ ਮੈਸੇजेस, ਅਗਰ ਕੋਈ ਮੈਸੇਜ ਬਹੁਤ ਜ਼ਿਆਦਾ ਲੰਬਾ ਹੈ ਤਾਂ ਇਹ ਓਰਲ ਕਮਿਊਨੀਕੇਸ਼ਨ ਉਸ ਦੇ ਲਈ ਸੂਟੇਬਲ ਨਹੀਂ ਰਹਿੰਦੀ, ਕਿਉਂਕਿ ਅਗਰ ਅਸੀਂ ਜ਼ਿਆਦਾ ਲੰਬੇ ਮੈਸੇਜ ਦੇ ਰਾਹੀਂ ਗੱਲ ਕਰਾਂਗੇ ਤਾਂ ਜਿਹੜੀ ਸਾਡੀ ਕਮਿਊਨੀਕੇਸ਼ਨ ਹੈ, ਜਿਹੜਾ ਸਾਡਾ ਸੰਚਾਰ ਗੱਲਬਾਤ ਹੈ, ਬਹੁਤ ਜ਼ਿਆਦਾ ਲੰਬੀ ਚਲੀ ਜਾਏਗੀ ਅਤੇ ਜਿਹੜਾ ਸਾਡਾ ਟਾਈਮ ਹੈ ਉਹਦੇ ਨਾਲ ਟਾਈਮ ਵੇਸਟ ਵੀ ਹੋ ਸਕਦਾ ਹੈ ਕਿ ਸਾਹਮਣੇ ਵਾਲੇ ਪਰਸਨ ਕੋਲ ਇੰਨਾ ਗੱਲ ਕਰਨ ਦਾ ਟਾਈਮ ਹੀ ਨਾ ਹੋਵੇ ਅਤੇ ਉਸਦਾ ਟਾਈਮ ਵੇਸਟ ਹੋ ਜਾਵੇ। ਸੋ ਲੰਬੇ ਮੈਸੇजेस ਦੇ ਲਈ ਇਹ ਅਨਸੂਟੇਬਲ ਹੈ। ਇਟ ਇਜ਼ ਕੰਸਟ੍ਰੇਨਡ ਬਾਏ ਫਿਜ਼ੀਕਲ ਬੈਰੀਅਰਸ, ਅਗਰ ਫਿਜ਼ੀਕਲ ਬੈਰੀਅਰ ਹੋਵੇ ਤਾਂ ਇੱਕ ਓਰਲ ਕਮਿਊਨੀਕੇਸ਼ਨ ਰੁਕ ਜਾਂਦੀ ਹੈ। ਅਗਰ ਕੋਈ ਪਰਸਨ ਬਹੁਤ ਜ਼ਿਆਦਾ ਦੂਰ ਹੈ ਅਤੇ ਉਹਦੇ ਨਾਲ ਤੁਹਾਡਾ ਕੋਈ ਵੀ ਹੋਰ ਤਰੀਕਾ ਨਹੀਂ ਹੈ ਕੰਟੈਕਟ ਕਰਨ ਦਾ, ਟੈਲੀਫੋਨਿਕ ਕੰਟੈਕਟ ਨਹੀਂ ਕਰ ਸਕਦੇ, ਤਾਂ ਦੈਨ ਤੁਹਾਡੀ ਉਹਦੇ ਨਾਲ ਸੰਚਾਰ ਕਰਨਾ ਪੋਸੀਬਲ ਨਹੀਂ ਹੋਏਗਾ, ਬੋਲੀ ਰਾਹੀਂ ਸੰਚਾਰ ਕਰਨਾ ਪੋਸੀਬਲ ਨਹੀਂ ਹੋਏਗਾ, ਕਿਉਂਕਿ ਤੁਸੀਂ ਫਿਜ਼ੀਕਲੀ ਇੱਕ ਦੂਸਰੇ ਦੇ ਨਾਲ ਬਹੁਤ ਦੂਰ ਹੋਵੋਗੇ, ਉਹ ਇੱਕ ਫਿਜ਼ੀਕਲ ਬੈਰੀਅਰ ਹੋ ਜਾਂਦਾ ਹੈ। ਨਾਟ ਇਫੈਕਟਿਵ ਵੈਨ ਦਾ ਟਾਰਗੇਟ ਗਰੁੱਪ ਇਜ਼ ਸਪਰੈਡ ਆਊਟ, ਕਹਿੰਦੇ ਕਿ ਉਸ ਵੇਲੇ ਓਰਲ ਕਮਿਊਨੀਕੇਸ਼ਨ ਇਫੈਕਟਿਵ ਨਹੀਂ ਹੁੰਦਾ ਜਦੋਂ ਕਿ ਜਿਹੜਾ ਗਰੁੱਪ ਟਾਰਗੇਟ ਗਰੁੱਪ ਆ ਜਿਹਦੇ ਤੱਕ ਅਸੀਂ ਇਨਫੋਰਮੇਸ਼ਨ ਪਹੁੰਚਾਉਣੀ ਹੈ ਉਹ ਸਪਰੈਡ ਹੋਇਆ ਹੋਵੇ, ਥਾਂ ਥਾਂ ਬਿਖਰਿਆ ਹੋਵੇ। ਉਹਦੇ ਨਾਲ ਵੀ ਸੇਮ ਚੀਜ਼ ਹੋਏਗੀ ਕਿ ਇੱਕ ਗਰੁੱਪ ਤੱਕ ਕੋਈ ਇਨਫੋਰਮੇਸ਼ਨ ਪਹੁੰਚੇਗੀ ਜਾਂ ਮਿਸਿੰਗ ਇਨਫੋਰਮੇਸ਼ਨ ਪਹੁੰਚ ਸਕਦੀ ਹੈ ਜਾਂ ਅੱਧੀ ਇਨਫੋਰਮੇਸ਼ਨ ਜਾਂ ਕੋਈ ਗਲਤ ਇਨਫੋਰਮੇਸ਼ਨ ਪਹੁੰਚ ਸਕਦੀ ਹੈ। ਸੋ ਅਗਰ ਗਰੁੱਪ ਆਲੇ ਦੁਆਲੇ ਖਿੰਡਿਆ ਹੋਇਆ ਹੈ ਤਾਂ ਵੀ ਇਹ ਵਾਲੀ ਕਮਿਊਨੀਕੇਸ਼ਨ ਸੂਟੇਬਲ ਨਹੀਂ ਹੋਏਗੀ, ਕਿਉਂਕਿ ਇਸ ਦੇ ਨਾਲ ਜਿਹੜੀ ਤੁਹਾਡੀ ਇਫੈਕਟਿਵ ਕਮਿਊਨੀਕੇਸ਼ਨ ਕੰਪਲੀਟਨੈਸ ਨਹੀਂ ਹੋ ਸਕੇਗੀ। ਬੱਚਿਓ, ਜਿੱਥੇ ਅਸੀਂ ਓਰਲ ਕਮਿਊਨੀਕੇਸ਼ਨ ਦੇ ਕੁਝ ਲਾਭ ਅਤੇ ਹਾਨੀਆਂ ਬਾਰੇ ਗੱਲ ਕੀਤੀ ਸੀ, ਉੱਥੇ ਹੀ ਮੈਂ ਤੁਹਾਨੂੰ ਕੁਝ ਟਿਪਸ ਦੇਵਾਂਗੀ ਕਿ ਤੁਸੀਂ ਆਪਣੀ ਓਰਲ ਕਮਿਊਨੀਕੇਸ਼ਨ ਨੂੰ ਕਿਵੇਂ ਇੰਪਰੂਵ ਕਰ ਸਕਦੇ ਹੋ। ਹਾਊ ਕੈਨ ਵੀ ਇੰਪਰੂਵ ਆਵਰ ਓਰਲ ਕਮਿਊਨੀਕੇਸ਼ਨ, ਅਸੀਂ ਆਪਣੀ ਗੱਲਬਾਤ ਕਰਨ ਦੇ ਤਰੀਕੇ ਨੂੰ ਕਿਵੇਂ ਪ੍ਰਭਾਵਸ਼ਾਲੀ ਬਣਾ ਸਕਦੇ ਹਾਂ ਜਾਂ ਕਿਵੇਂ ਇਫੈਕਟਿਵ ਔਰ ਉਹਨੂੰ ਇੱਕ ਇੰਪਰੂਵਡ ਵੇ ਦੇ ਨਾਲ ਸਾਹਮਣੇ ਆ ਸਕਾਂਗੇ ਕਿ ਸਾਡੀ ਜਿਹੜੀ ਗੱਲਬਾਤ ਆ ਹਰ ਇੱਕ ਨੂੰ ਦਿਲਚਸਪ ਲੱਗੇ ਅਤੇ ਅਸੀਂ ਇੱਕ ਆਡੀਅנס ਨੂੰ ਐਡਰੈਸ ਕਰਨ ਦੇ ਲਾਇਕ ਬਣ ਸਕੀਏ। ਸੋ ਸਭ ਤੋਂ ਪਹਿਲੀ ਗੱਲ ਹੈ ਇਹਦੇ ਵਿੱਚ ਸਪੀਡ, ਤੁਹਾਡੀ ਸਪੀਡ ਕਿੱਦਾਂ ਦੀ ਹੋਵੇ। ਜਦੋਂ ਤੁਸੀਂ ਕਿਸੇ ਦੇ ਨਾਲ ਗੱਲਬਾਤ ਕਰਦੇ ਹਾਂ ਉਹਦੀ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ। ਨੰਬਰ ਆਫ ਵਰਡਸ ਪਰ ਮਿੰਟ, ਤੁਸੀਂ ਜਦੋਂ ਇੰਟਰਵਿਊ ਦੀ ਤਿਆਰੀ ਕਰਦੇ ਹੋ ਜਾਂ ਕਿਸੇ ਸਪੀਚ ਦੇਣ ਦੀ ਤਿਆਰੀ ਕਰਦੇ ਹੋ ਤਾਂ ਤੁਸੀਂ ਆਪਣੇ ਨਾਲ ਰਿਹਰਸ ਕਰ ਸਕਦੇ ਹੋ ਕਿ ਤੁਸੀਂ ਨੰਬਰ ਆਫ ਵਰਡਸ, ਕਿੰਨੇ ਵਰਡਸ ਨੂੰ ਤੁਸੀਂ 1 ਮਿੰਟ 'ਚ ਬੋਲਦੇ ਹੋ। ਤੁਹਾਨੂੰ ਫਿਰ ਪਤਾ ਚੱਲ ਜਾਂਦਾ ਹੈ ਕਿ ਤੁਸੀਂ ਕਿੰਨੀ ਸਪੀਡ ਦੇ ਨਾਲ ਬੋਲਣਾ ਹੈ। ਅਗਰ ਤੁਹਾਡੀ ਸਪੀਡ ਬਹੁਤ ਜ਼ਿਆਦਾ ਹੋਏਗੀ ਤਾਂ ਵੀ ਤੁਹਾਡੇ ਆਡੀਅנס ਨੂੰ ਸਮਝ ਨਹੀਂ ਲੱਗੇਗੀ ਜਾਂ ਸਾਹਮਣੇ ਵਾਲੇ ਪਰਸਨ ਨੂੰ ਸਮਝ ਨਹੀਂ ਲੱਗੇਗੀ। ਅਗਰ ਤੁਹਾਡੀ ਸਪੀਡ ਟੂ ਸਲੋ ਹੋਊਗੀ, ਬਹੁਤ ਜ਼ਿਆਦਾ ਸਲੋ ਹੋਏਗੀ, ਤਾਂ ਵੀ ਜਿਹੜੇ ਸੁਣਨ ਵਾਲੇ ਵਿਅਕਤੀ ਨੇ ਉਹ ਬੋਰ ਹੋ ਜਾਣਗੇ, ਉਹਨਾਂ ਨੂੰ ਤੁਹਾਡੀ ਸਪੀਚ ਦੇ ਵਿੱਚ ਜਾਂ ਤੁਹਾਡੀ ਗੱਲਬਾਤ ਵਿੱਚ ਕੋਈ ਵੀ ਦਿਲਚਸਪੀ ਨਹੀਂ ਆਏਗੀ। ਸੈਕਿੰਡ ਪੁਆਇੰਟ ਹੈ ਕਲੈਰਿਟੀ ਇਫ ਆਡੀਬਲ ਐਂਡ ਫ੍ਰੀ ਆਫ ਡਿਸਟੋਰਸ਼ਨ, ਜੋ ਵੀ ਤੁਹਾਡਾ ਮੈਸੇਜ ਹੈ ਉਹ ਕਲੀਅਰ ਹੋਣਾ ਚਾਹੀਦਾ ਹੈ ਅਤੇ ਆਡੀਬਲ ਹੋਣਾ ਚਾਹੀਦਾ, ਤੁਹਾਡੀ ਆਵਾਜ਼ ਸੁਣਨ ਲਾਇਕ ਹੋਵੇ ਔਰ ਉਸ ਦੇ ਵਿੱਚ ਕੋਈ ਵੀ ਖਰਾਬੀ ਨਾ ਹੋਵੇ, ਜਿਸ ਦੇ ਨਾਲ ਕਿ ਇੱਕ ਫ੍ਰੀ ਫਲੋ ਇਨਫੋਰਮੇਸ਼ਨ ਸਾਹਮਣੇ ਵਾਲੇ ਪਰਸਨ ਨੂੰ ਪਹੁੰਚੇ। ਤੁਹਾਡੀ ਸਾਊਂਡ ਕਲੈਰਿਟੀ ਔਰ ਤੁਹਾਡੀ ਜਿਹੜੀ ਵੋਇਸ ਆ ਪ੍ਰੋਪਰ ਆਡੀਬਲ ਹੋਣੀ ਚਾਹੀਦੀ ਆ। ਦੈਨ ਪ੍ਰੋਨਾਂਸੀਏਸ਼ਨ, ਅਟਰੈਂਸ ਆਫ ਸਪੀਚ, ਪ੍ਰੋਨਾਂਸੀਏਸ਼ਨ, ਬੇਟਾ ਅਗਰ ਤੁਹਾਡੀ ਪ੍ਰੋਨਾਂਸੀਏਸ਼ਨ ਸਹੀ ਨਹੀਂ ਹੋਏਗੀ, ਜਿਹੜੀ ਵੀ ਭਾਸ਼ਾ ਦਾ ਤੁਸੀਂ ਇਸਤੇਮਾਲ ਕਰ ਰਹੇ ਹੋ, ਚਾਹੇ ਉਹ ਹਿੰਦੀ ਹੈ, ਪੰਜਾਬੀ ਹੈ, ਇੰਗਲਿਸ਼ ਹੈ, ਅਗਰ ਤੁਸੀਂ ਇੱਕ ਵਰਡ ਦੀ ਸਹੀ ਤਰੀਕੇ ਦੇ ਨਾਲ ਪ੍ਰੋਨਾਂਸੀਏਸ਼ਨ ਨਹੀਂ ਕਰ ਰਹੇ ਦੈਨ ਉਹਦੇ ਨਾਲ ਕੀ ਹੋਏਗਾ, ਤੁਹਾਡੀ ਸਪੀਚ ਸਾਹਮਣੇ ਵਾਲੇ ਪਰਸਨ ਨੂੰ ਇਨਇਫੈਕਟਿਵ ਲੱਗੇਗੀ ਔਰ ਸਮਝ ਵੀ ਸ਼ਾਇਦ ਘੱਟ ਲੱਗੇਗੀ ਕਿ ਹੋ ਸਕਦਾ ਕਿ ਉਹਨੂੰ ਕੋਈ ਵਰਡ ਪਰਟੀਕੂਲਰ ਨਾ ਸਮਝ ਲੱਗੇ ਅਤੇ ਉਹਨੂੰ ਪਤਾ ਨਾ ਚੱਲੇ ਕਿ ਤੁਸੀਂ ਕਿਸ ਚੀਜ਼ ਬਾਰੇ ਗੱਲ ਕਰ ਰਹੇ ਹੋ। ਸੋ ਤੁਹਾਡੀ ਪ੍ਰੋਨਾਂਸੀਏਸ਼ਨ ਜਿਹੜੀ ਵੀ ਲੈਂਗੁਏਜ ਯੂਜ਼ ਕਰ ਰਹੇ ਹੋ ਉਹ ਸਹੀ ਹੋਣੀ ਚਾਹੀਦੀ ਹੈ। ਫੈਮਿਲੈਰਿਟੀ, ਐਕੁਆਇੰਟੈਂਸ ਵਿਦ ਵਰਡਸ ਯੂਜ਼, ਜੋ ਵੀ ਤੁਸੀਂ ਬੋਲ ਰਹੇ ਹੋ ਉਹ ਤੁਹਾਡੇ ਜੋ ਵੀ ਵਰਡਸ ਆ, ਜੋ ਵੀ ਤੁਹਾਡਾ ਮੈਸੇਜ ਹੈ, ਤੁਹਾਡੇ ਵਰਡਸ ਐਪਰੋਪ੍ਰੀਏਟ ਹੋਣੇ ਚਾਹੀਦੇ ਆ। ਜੋ ਵੀ ਤੁਸੀਂ ਵਰਡਸ ਯੂਜ਼ ਕੀਤੇ ਆ ਬਿਲਕੁਲ ਸਹੀ ਯੂਜ਼ ਕੀਤੇ ਹੋਣੇ ਚਾਹੀਦੇ ਆ। ਪੰਕਚੁਏਸ਼ਨ, ਯੂਜ਼ ਆਫ ਵੇਰੀਅਸ ਕਾਈਂਡਸ ਆਫ ਪੌਜ਼ਿਸ, ਕਿੱਥੇ ਤੁਸੀਂ ਪੌਜ਼ ਲਗਾਉਣਾ ਹੈ, ਕਿੱਥੇ ਤੁਸੀਂ ਰੁਕਣਾ ਹੈ। ਜਦੋਂ ਅਸੀਂ ਰਿਟਨ ਕਮਿਊਨੀਕੇਸ਼ਨ ਕਰਦੇ ਹਾਂ ਉਹਦੇ ਵਿੱਚ ਅਸੀਂ ਕੋਮਾ ਜਾਂ ਫੁੱਲ ਸਟਾਪ ਲਗਾਉਂਦੇ ਹਾਂ, ਇੱਦਾਂ ਹੀ ਓਰਲ ਦੇ ਵਿੱਚ ਵੀ ਅਸੀਂ ਗੱਲ ਕਰਦੇ ਹੋਏ
ਕਿਸੇ ਨੂੰ ਸਮਝਾਉਣ ਵੇਲੇ ਥੋੜ੍ਹਾ ਜਿਹਾ ਰੁਕਦੇ ਹਾਂ, ਥੋੜ੍ਹੀ ਸਪੀਡ ਕਿਤੇ ਤੇਜ਼ ਕਰਦੇ ਹਾਂ, ਕਿਤੇ ਸਲੋ ਕਰਦੇ ਹਾਂ। ਸੋ ਇਹ ਸਾਰੀਆਂ ਚੀਜ਼ਾਂ ਦਾ ਵੀ ਪਤਾ ਹੋਣਾ ਚਾਹੀਦਾ ਹੈ। ਫਲੂਐਂਸੀ, ਏਬਲ ਟੂ ਐਕਸਪ੍ਰੈਸ ਈਜ਼ੀਲੀ, ਫਲੂਐਂਟ, ਤੁਹਾਡੀ ਜਿਹੜੀ ਗੱਲਬਾਤ ਆ ਉਹ ਫਲੂਐਂਟ ਹੋਣੀ ਚਾਹੀਦੀ ਹੈ, ਬਿਲਕੁਲ ਸਹੀ ਤਰੀਕੇ ਨਾਲ ਹੋਣੀ ਚਾਹੀਦੀ ਕਿ ਸਾਹਮਣੇ ਵਾਲੇ ਪਰਸਨ ਨੂੰ ਈਜ਼ੀਲੀ ਤੁਹਾਡੀ ਗੱਲ ਸਮਝ ਲੱਗ ਜਾਵੇ, ਤੁਹਾਡੀ ਗੱਲ ਐਕਸਪ੍ਰੈਸ ਹੋ ਜਾਵੇ। ਉਸ ਤੋਂ ਬਾਅਦ ਆਉਂਦੇ ਆ ਐਕਸਪ੍ਰੈਸ਼ਨ, ਟਰਾਂਸਫਾਰਮਿੰਗ ਆਫ ਆਈਡੀਆਜ਼ ਇਨਟੂ ਵਰਡਸ। ਐਕਸਪ੍ਰੈਸ਼ਨ ਦਾ ਮਤਲਬ ਕਿ ਜੋ ਤੁਹਾਡਾ ਆਈਡੀਆ, ਜੋ ਤੁਹਾਡੇ ਦਿਮਾਗ ਦੇ ਵਿੱਚ ਖਿਆਲ ਆਇਆ, ਉਹਨੂੰ ਤੁਸੀਂ ਸ਼ਬਦਾਂ ਵਿੱਚ ਕਿਵੇਂ ਲੈ ਕੇ ਆਉਣਾ ਹੈ। ਉਹ ਵੀ ਇੱਕ ਤਰ੍ਹਾਂ ਦੀ ਇੱਕ ਕਲਾ ਹੁੰਦੀ ਹੈ। ਬੋਲਣਾ ਵੀ ਕਹਿੰਦੇ ਇੱਕ ਕਲਾ ਹੈ ਕਿ ਜਦੋਂ ਤੁਸੀਂ ਇੱਕ ਆਡੀਅੰਸ ਨੂੰ ਖਿੱਚ ਕੇ ਰੱਖਣਾ ਹੈ, ਸੋ ਤੁਹਾਡੇ ਐਕਸਪ੍ਰੈਸ਼ਨਸ ਵੀ ਸਹੀ ਹੋਣੇ ਚਾਹੀਦੇ ਹਨ। ਸਭ ਤੋਂ ਜ਼ਰੂਰੀ ਹੈ ਕੰਟੈਂਟ, ਜੋ ਵੀ ਤੁਸੀਂ ਬੋਲ ਰਹੇ ਹੋ ਉਸ ਦਾ ਮੀਨਿੰਗ ਔਰ ਸਬਸਟੈਂਸ ਬਿਲਕੁਲ ਸਹੀ ਹੋਣਾ ਚਾਹੀਦਾ ਹੈ, ਤਾਂ ਹੀ ਜਿਹੜੀ ਤੁਹਾਡੀ ਸਪੀਚ ਆ ਇਫੈਕਟਿਵ ਮੰਨੀ ਜਾਵੇਗੀ। ਹੁਣ ਅਸੀਂ ਗੱਲ ਕਰਦੇ ਹਾਂ ਰਿਟਨ ਕਮਿਊਨੀਕੇਸ਼ਨ ਬਾਰੇ। ਦ ਪਾਵਰ ਆਫ ਰਾਈਟਿੰਗ ਇਜ਼ ਰਾਈਟਲੀ ਐਕਸਪ੍ਰੈਸਡ ਇਨ ਦ ਸੇਇੰਗ ਪੈਨ ਇਜ਼ ਮਾਈਟੀਅਰ ਦੈਨ ਦ ਸਵੋਰਡ। ਕਹਿੰਦੇ ਕਿ ਜੋ ਲਿਖਣ ਦੀ ਪਾਵਰ ਆ, ਲਿਖਣ ਦੀ ਤਾਕਤ ਨੂੰ ਇੱਕ ਸੇਇੰਗ ਦੇ ਵਿੱਚ ਬਹੁਤ ਅੱਛਾ ਕਿਹਾ ਕਿ ਕਹਿੰਦੇ ਜਿਹੜੀ ਕਲਮ ਆ ਤਲਵਾਰ ਨਾਲੋਂ ਵੀ ਤਿੱਖੀ ਹੁੰਦੀ ਹੈ, ਕਿ ਜੋ ਕਲਮ ਦਾ ਲਿਖਿਆ ਹੋਇਆ ਤਲਵਾਰ ਨਾਲੋਂ ਵੀ ਗਹਿਰਾ ਵਾਰ ਕਰਦਾ ਹੈ। Written communication has to acquire great significance in the life of individuals as well as business organizations. ਇੱਕ ਆਮ ਵਿਅਕਤੀ ਦੀ ਜ਼ਿੰਦਗੀ ਅਤੇ ਬਿਜ਼ਨਸ ਆਰਗੇਨਾਈਜੇਸ਼ਨਸ ਦੇ ਵਿੱਚ ਰਿਟਨ ਕਮਿਊਨੀਕੇਸ਼ਨ, ਲਿਖਿਤ ਸੰਚਾਰ ਦਾ ਬਹੁਤ ਜ਼ਿਆਦਾ ਗਹਿਰਾ ਪ੍ਰਭਾਵ ਅਤੇ ਬਹੁਤ ਹੀ ਇੰਪੋਰਟੈਂਟ ਜਗ੍ਹਾ ਹੈ। ਮੈਥਡਸ ਆਫ ਰਿਟਨ ਕਮਿਊਨੀਕੇਸ਼ਨ ਇਨ ਐਨ ਆਰਗੇਨਾਈਜੇਸ਼ਨਸ ਇਨਕਲੂਡ ਲੈਟਰਸ, ਮੈਮੋਰੈਂਡਾ, notices, circulars, agenda, manuals, handbooks, reports, orders, inquiries, complaints, ਕੋਟੇਸ਼ਨਸ, ਕੰਟਰੈਕਟਸ ਐਟਸੈਟਰਾ। ਜਿਹੜੇ ਤਰੀਕਿਆਂ ਦੇ ਨਾਲ ਇੱਕ ਬਿਜ਼ਨਸ ਆਰਗੇਨਾਈਜੇਸ਼ਨ ਦੇ ਵਿੱਚ ਰਿਟਨ ਕਮਿਊਨੀਕੇਸ਼ਨ ਕੀਤੀ ਜਾਂਦੀ ਹੈ ਉਹ ਹਨ ਲੈਟਰਸ, ਮੈਮੋਰੈਂਡੇ, ਨੋਟਿਸ, ਸਰਕੂਲਰ, ਏਜੰਡਾ, ਮੈਨੂਅਲ, ਹੈਂਡਬੁੱਕਸ ਹੁੰਦੀਆਂ ਹਨ, ਰਿਪੋਰਟਾਂ ਜਿਹੜੀਆਂ ਕਿ ਐਨੂਅਲ ਰਿਪੋਰਟ, ਬਾਈ ਮੰਥਲੀ ਰਿਪੋਰਟਸ ਬਣਦੀਆਂ ਹਨ, ਆਰਡਰਸ, ਕਿਸੇ ਨੂੰ ਆਰਡਰ ਕੱਢਿਆ ਜਾਂਦਾ ਉਹ ਵੀ ਰਿਟਨ ਫਾਰਮ 'ਚ ਕੱਢਿਆ ਜਾਂਦਾ ਹੈ। ਅਗਰ ਕਿਸੇ ਚੀਜ਼ ਦੀ ਇਨਕੁਆਇਰੀ ਹੁੰਦੀ ਹੈ ਉਹ ਵੀ ਰਿਟਨ ਫਾਰਮ ਦੇ ਵਿੱਚ ਹੁੰਦੀ ਹੈ। ਕੰਪਲੇਨਸ ਦਾ ਵੀ। ਕੋਟੇਸ਼ਨਸ ਮਤਲਬ ਅਗਰ ਕੋਈ ਪ੍ਰਾਈਸਿੰਗ ਲਿਸਟ ਹੈ, ਕੋਈ ਨਵਾਂ ਇਕਵਿਪਮੈਂਟ ਖਰੀਦ ਰਹੇ ਹਾਂ ਜਾਂ ਪ੍ਰੋਡਕਟ ਦੀ ਜਿਹੜੀ ਲਿਸਟਿੰਗ ਹੈ, ਹਰ ਇੱਕ ਚੀਜ਼ ਦੀ ਕੋਟੇਸ਼ਨਸ ਔਰ ਕੰਟਰੈਕਟਸ, ਇਹ ਸਾਰਾ ਕੁਝ ਰਿਟਨ ਫਾਰਮੇਸ਼ਨ ਦੇ ਵਿੱਚ ਹੁੰਦੇ ਹਨ। ਈਵਨ ਇੱਕ ਇੰਡੀਵਿਜੂਅਲ ਦੀ ਜ਼ਿੰਦਗੀ ਦੇ ਵਿੱਚ ਵੀ ਰਿਟਨ ਕਮਿਊਨੀਕੇਸ਼ਨ ਬਹੁਤ ਅੱਛਾ ਰੋਲ ਪਲੇ ਕਰਦਾ ਹੈ। ਅਸੀਂ ਕੁਝ ਚੀਜ਼ਾਂ ਸਾਡੀ ਡੇ ਟੂ ਡੇ ਲਾਈਫ ਦੇ ਵਿੱਚ ਵੀ ਅਸੀਂ ਰਿਟਨ ਤਰੀਕੇ ਨਾਲ ਕਰਦੇ ਹਾਂ, ਜਿਵੇਂ ਕਿ ਅਸੀਂ ਕੋਈ ਚੀਜ਼ ਖਰੀਦਦੇ ਹਾਂ ਉਹਦਾ ਬਿੱਲ ਅਸੀਂ ਰਿਟਨ ਫਾਰਮ ਦੇ ਵਿੱਚ ਲੈ ਕੇ ਆਉਂਦੇ ਹਾਂ। ਕੋਈ ਚੀਜ਼ ਅਸੀਂ ਕਿਸੇ ਨੂੰ ਕਿਸੇ ਚੀਜ਼ ਦਾ ਇਨਵੀਟੇਸ਼ਨ ਦੇਣਾ ਹੈ, ਅਸੀਂ ਸਾਡੇ ਘਰ ਕੋਈ ਫੰਕਸ਼ਨ ਹੈ, ਅਸੀਂ ਉਸ ਚੀਜ਼ ਦੇ ਇਨਵੀਟੇਸ਼ਨ ਦੇ ਲਈ ਵੀ ਰਿਟਨ ਵੇ ਯੂਜ਼ ਕਰਦੇ ਹਾਂ। ਸੋ ਇਨ ਆਲ ਐਂਡ ਆਲ ਅਸੀਂ ਕਹਿ ਸਕਦੇ ਹਾਂ ਕਿ ਰਿਟਨ ਕਮਿਊਨੀਕੇਸ਼ਨ ਇੱਕ ਬਹੁਤ ਹੀ ਪਾਵਰਫੁਲ ਤਰੀਕਾ ਹੈ ਜਿਹੜਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਮਹੱਤਵਪੂਰਨ ਹਿੱਸਾ ਹੈ। ਅਤੇ ਰਿਟਨ ਕਮਿਊਨੀਕੇਸ਼ਨ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਐਵੇਂ ਦੀਆਂ ਕਰ ਦਿੰਦਾ ਹੈ ਕਿ ਅਗਰ ਸਾਨੂੰ ਜ਼ਿੰਦਗੀ 'ਚ ਕਿਸੇ ਚੀਜ਼ ਦੇ ਡਾਕੂਮੈਂਟੇਸ਼ਨ ਦੀ ਜ਼ਰੂਰਤ ਪਵੇ ਤਾਂ ਉਹ ਸਿਰਫ ਰਿਟਨ ਕਮਿਊਨੀਕੇਸ਼ਨ ਦੇ ਥਰੂ ਹੀ ਮਿਲ ਸਕਦੀ ਹੈ। ਔਰ ਬਿਜ਼ਨਸ ਦੇ ਵਿੱਚ ਤਾਂ ਇਹਦਾ ਬਹੁਤ ਹੀ ਇੰਪੋਰਟੈਂਟ ਰੋਲ ਹੈ, ਕਿਉਂਕਿ ਬਿਜ਼ਨਸ ਦੇ ਵਿੱਚ ਹਰ ਇੱਕ ਚੀਜ਼ ਦੀ ਰਿਪੋਰਟ, ਹਰ ਇੱਕ ਚੀਜ਼ ਦਾ ਰਿਕਾਰਡ ਕਾਇਮ ਰੱਖਣਾ ਹੁੰਦਾ ਹੈ। ਉਹ ਸਿਰਫ ਰਿਟਨ ਕਮਿਊਨੀਕੇਸ਼ਨ ਦੇ ਜ਼ਰੀਏ ਹੀ ਰੱਖਿਆ ਜਾ ਸਕਦਾ ਹੈ। ਹੁਣ ਅਸੀਂ ਰਿਟਨ ਕਮਿਊਨੀਕੇਸ਼ਨ ਦੇ ਕੁਝ ਐਡਵਾਂਟੇਜਸ ਬਾਰੇ ਗੱਲ ਕਰਦੇ ਹਾਂ। ਰਿਟਨ ਕਮਿਊਨੀਕੇਸ਼ਨ ਦੀ ਸਭ ਤੋਂ ਪਹਿਲਾ ਐਡਵਾਂਟੇਜ ਇਹ ਹੈ ਕਿ ਰੈਡੀ ਰੈਫਰੈਂਸ। ਅਗਰ ਕੋਈ ਤੁਹਾਡੇ ਕੋਲ ਮਟੀਰੀਅਲ ਲਿਖਿਆ ਪਿਆ ਹੈ ਤਾਂ ਜਿਹੜਾ ਤੁਹਾਡਾ ਉਹ ਰੈਫਰੈਂਸ ਮਟੀਰੀਅਲ ਹੈ ਆਲਵੇਜ਼ ਤੁਹਾਡੇ ਕੋਲ ਰੈਡੀ ਰਹਿੰਦਾ ਹੈ। ਅਗਰ ਤੁਹਾਨੂੰ ਕਿਸੇ ਚੀਜ਼ ਬਾਰੇ ਤੁਹਾਨੂੰ ਕੋਈ ਮਿਸਅੰਡਰਸਟੈਂਡਿੰਗ ਹੈ ਜਾਂ ਤੁਹਾਨੂੰ ਲੱਗਦਾ ਕਿ ਇਹ ਚੀਜ਼ ਸਮਝ ਨਹੀਂ ਆਈ ਤਾਂ ਤੁਹਾਡੇ ਕੋਲ ਆਲਰੇਡੀ ਤੁਹਾਡਾ ਮੈਸੇਜ ਪਿਆ ਹੁੰਦਾ ਹੈ ਜਾਂ ਤੁਹਾਡੇ ਕੋਲ ਲੈਟਰ ਹੁੰਦੀ ਹੈ, ਆਰਡਰ ਹੁੰਦੀ ਹੈ, ਤੁਸੀਂ ਉਸਨੂੰ ਦੁਬਾਰਾ ਰੀਡ ਕਰਕੇ ਸਮਝ ਸਕਦੇ ਹੋ। ਲੀਗਲ ਡਿਫੈਂਸ, ਕਦੀ ਵੀ ਜ਼ਿੰਦਗੀ ਦੇ ਵਿੱਚ ਕੋਈ ਇੱਦਾਂ ਦਾ ਮੌਕਾ ਆਉਂਦਾ ਕਿ ਤੁਹਾਨੂੰ ਕਿਸੇ ਚੀਜ਼ ਨਾਲ ਪ੍ਰੋਬਲਮ ਹੋਵੇ, ਤੁਹਾਡੀ ਬਿਜ਼ਨਸ ਡੀਲ ਹੈ, ਤਾਂ ਜਿਹੜਾ ਰਿਟਨ ਕਮਿਊਨੀਕੇਸ਼ਨ ਦੇ ਥਰੂ ਕੋਈ ਆਰਡਰ, ਲੈਟਰ, ਕੋਈ ਵੀ ਮੈਮੋਰੈਂਡਾ ਜਾਂ ਕੰਟਰੈਕਟ ਹੈ ਉਹ ਤੁਹਾਡੇ ਲਈ ਐਜ਼ ਅ ਲੀਗਲ ਡਿਫੈਂਸ ਪਲੇ ਕਰਦਾ ਹੈ ਕਿ ਤੁਹਾਨੂੰ ਲੀਗਲੀ ਕੋਈ ਵੀ ਪਰਸਨ ਚੈਲੰਜ ਨਹੀਂ ਕਰ ਸਕਦਾ, ਤੁਸੀਂ ਆਪਣਾ ਡਾਕੂਮੈਂਟ ਦਿਖਾ ਸਕਦੇ ਹੋ। ਪ੍ਰਮੋਟਸ ਯੂਨੀਫਾਰਮਿਟੀ, ਇਸ ਦੇ ਨਾਲ ਕੀ ਆ ਕਿ ਯੂਨੀਫਾਰਮਿਟੀ ਆਉਂਦੀ ਹੈ ਕਿ ਹਰ ਇੱਕ ਜਗ੍ਹਾ 'ਤੇ ਸੇਮ ਮੈਸੇਜ ਆਉਂਦਾ ਹੈ। ਬੋਲ ਕੇ ਇੱਕ ਮੈਸੇਜ ਚੇਂਜ ਵੀ ਹੋ ਸਕਦਾ ਹੈ, ਬਟ ਜਿਹੜਾ ਰਿਟਨ ਫਾਰਮ ਦੇ ਵਿੱਚ ਮੈਸੇਜ ਆਏਗਾ ਉਹ ਸੇਮ ਜਾਏਗਾ। ਅਗਰ ਅਸੀਂ ਸੈਂਡ ਟੂ ਆਲ ਕਰਾਂਗੇ ਇੱਕ ਰਿਟਨ ਮੈਸੇਜ, ਉਹ ਹਰ ਇੱਕ ਪਰਸਨ ਨੂੰ ਸੇਮ ਹੀ ਜਾਏਗਾ। ਸੋ ਨਾ ਯੂਨੀਫਾਰਮਿਟੀ ਬਣਦੀ ਹੈ। ਮਾਸ ਐਕਸੈਸ ਦਾ ਮਤਲਬ ਹੁੰਦਾ ਹੈ ਕਿ ਬਹੁਤ ਜ਼ਿਆਦਾ ਲੋਕਾਂ ਤੱਕ ਇਹਦਾ ਐਕਸੈਸ ਹੁੰਦਾ ਹੈ। ਹੁਣ ਜਿੱਦਾਂ ਨਿਊਜ਼ਪੇਪਰ ਦੇ ਵਿੱਚ ਅਸੀਂ ਕੋਈ ਅਨਾਊਂਸਮੈਂਟ ਕਰ ਦਿੰਦੇ ਹਾਂ, ਕੋਈ
ਕਿਸੇ ਵੀ ਤਰੀਕੇ ਨਾਲ ਟੀਵੀ 'ਤੇ ਅਨਾਊਂਸਮੈਂਟ ਕਰਦੇ ਹਾਂ, ਰਿਟਨ ਵੇ ਦੇ ਵਿੱਚ ਕੋਈ ਵੀ ਲੈਟਰ ਸੈਂਡ ਕਰਦੇ ਹਾਂ, ਕੋਈ ਲੈਟਰ ਹੈਡ 'ਤੇ ਕੱਢਦੇ ਹਾਂ, ਉਹਦੇ ਨਾਲ ਕੀ ਹੁੰਦਾ ਹੈ ਕਿ ਬਹੁਤ ਸਾਰੇ ਲੋਕਾਂ ਤੱਕ ਇਹਦਾ ਐਕਸੈਸ ਹੋ ਜਾਂਦਾ, ਬਹੁਤ ਸਾਰੇ ਲੋਕਾਂ ਤੱਕ ਸਾਡੀ ਇਨਫੋਰਮੇਸ਼ਨ ਪਹੁੰਚ ਜਾਂਦੀ ਹੈ। ਸੂਟੇਬਲ ਫॉर ਡਿਸਟੈਂਸ ਕਮਿਊਨੀਕੇਸ਼ਨ, ਜਦੋਂ ਕੋਈ ਵਿਅਕਤੀ ਬਹੁਤ ਦੂਰ ਬੈਠਾ ਹੋਵੇ ਤਾਂ ਜਿਹੜੀ ਰਿਟਨ ਕਮਿਊਨੀਕੇਸ਼ਨ ਹੈ, ਈਮੇਲਸ ਹੋ ਗਈਆਂ, ਇਹ ਬਹੁਤ ਜ਼ਿਆਦਾ ਅੱਛਾ ਰੋਲ ਪਲੇ ਕਰਦੀਆਂ ਕਿ ਅਸੀਂ ਲਿਖ ਕੇ ਕਿਸੇ ਨੂੰ ਕੋਈ ਇਨਫੋਰਮੇਸ਼ਨ ਭੇਜ ਰਹੇ ਹਾਂ। ਇਮੇਜ ਬਿਲਡਿੰਗ, ਇਸ ਦੇ ਨਾਲ ਇੱਕ ਪ੍ਰੋਪਰ ਇਮੇਜ ਬਣਦੀ ਹੈ ਕਿ ਹਾਂ ਇੱਕ ਔਥੈਂਟਿਸਿਟੀ ਦਾ ਨਾਮ ਬਣਦਾ ਹੈ। ਜਿਹੜਾ ਵੀ ਪਰਸਨ ਨੇ ਇੱਕ ਕੋਈ ਜ਼ਰੂਰੀ ਮੈਸੇਜ ਨੂੰ ਰਿਟਨ ਫਾਰਮ ਦੇ ਵਿੱਚ ਭੇਜਦਾ ਹੈ, ਉਹਦੇ ਨਾਲ ਇੱਕ ਪਰਸਨ ਦੀ ਇਮੇਜ ਬਿਲਡਅਪ ਹੁੰਦੀ ਹੈ, ਬਿਜ਼ਨਸ ਆਰਗੇਨਾਈਜੇਸ਼ਨ ਦੀ ਵੀ ਇਮੇਜ ਬਿਲਡਅਪ ਹੁੰਦੀ ਹੈ, ਇੱਕ ਵਿਸ਼ਵਾਸ ਕਾਇਮ ਹੁੰਦਾ ਹੈ। ਐਕੂਰੇਟ ਐਂਡ ਐਂਬੀਗੀਅਸ, ਕਿ ਜਿਹੜਾ ਤੁਹਾਡਾ ਮੈਸੇਜ ਹੁੰਦਾ ਹੈ ਐਕੂਰੇਟ ਔਰ ਬਿਲਕੁਲ ਪੂਰੀ ਤਰ੍ਹਾਂ ਸੰਪੂਰਨ ਹੁੰਦਾ ਹੈ, ਅਤੇ ਕੋਈ ਵੀ ਵਿਅਕਤੀ ਜਿਹਨੂੰ ਵੀ ਉਹ ਮੈਸੇਜ ਪਹੁੰਚਦਾ ਹੈ ਰਿਟਨ ਵੇ ਦੇ ਵਿੱਚ, ਉਹ ਉਸਨੂੰ ਅਸੀਂ ਸਹੀ ਤਰੀਕੇ ਦੇ ਨਾਲ ਸਮਝ ਸਕਦਾ ਹੈ। ਪਰਮਾਨੈਂਟ ਇਨ ਨੇਚਰ, ਹਮੇਸ਼ਾ ਉਹ ਮੈਸੇਜ ਸੇਮ ਹੀ ਰਹੇਗਾ ਕਿਉਂਕਿ ਉਹ ਰਿਟਨ ਫਾਰਮ ਦੇ ਵਿੱਚ ਹੈ। ਰਿਟਨ ਫਾਰਮ ਵਿੱਚ ਹੋਣ ਦਾ ਸਭ ਤੋਂ ਵੱਡਾ ਫਾਇਦਾ ਇਹੀ ਹੈ ਕਿ ਮੈਸੇਜ ਕਦੀ ਵੀ ਡਿਸਟੋਰਟ ਨਹੀਂ ਹੋਏਗਾ। ਪਰਮਿਟ ਸਬਸਟੀਟਿਊਸ਼ਨ ਐਂਡ ਰਿਵੀਜ਼ਨ, ਅਗਰ ਅਸੀਂ ਆਪਣੇ ਟੌਪਿਕ ਨੂੰ ਰਿਵਾਈਜ਼ ਕਰਨਾ ਹੈ ਜਾਂ ਕੁਛ ਹੋਰ ਚੇਂਜ ਕਰਨਾ ਹੈ ਤਾਂ ਅਸੀਂ ਰਿਟਨ ਦੇ ਵਿੱਚ ਉਸਨੂੰ ਚੇਂਜ ਕਰ ਸਕਦੇ ਹਾਂ। ਹੁਣ ਅਸੀਂ ਲਿਖਤੀ ਸੰਚਾਰ ਦੀਆਂ ਕੁਝ ਡਿਸਐਡਵਾਂਟੇਜ ਬਾਰੇ ਗੱਲ ਕਰਾਂਗੇ। ਸਭ ਤੋਂ ਵੱਡੀ ਡਿਸਐਡਵਾਂਟੇਜ ਹੈ ਲਿਮਿਟਡ ਟੂ ਲਿਟਰੇਚਰ ਵਰਲਡ, ਕਿ ਸਿਰਫ ਲਿਟਰੇਚਰ ਵਰਲਡ ਦੇ ਨਾਲ ਹੀ ਲਿਮਿਟਡ ਰਹਿ ਜਾਂਦਾ ਹੈ, ਕਿ ਇਹ ਜੋ ਵੀ ਰਿਟਨ ਕਮਿਊਨੀਕੇਸ਼ਨ ਹੈ ਉਹ ਸਿਰਫ ਲਿਖਤੀ ਰੂਪ ਦੇ ਵਿੱਚ ਹੀ ਲਿਟਰੇਚਰ ਵਰਲਡ ਦੇ ਵਿੱਚ ਲਿਖਿਆ ਰਹਿ ਜਾਂਦਾ ਹੈ। ਸਮਟਾਈਮਸ ਕੋਈ ਇਨਫੋਰਮੇਸ਼ਨ ਹੈ ਕਿਸੇ ਨੇ ਲਿਖ ਦਿੱਤੀ, ਉਹ ਸਾਰੇ ਲੋਕਾਂ ਤੱਕ ਨਹੀਂ ਪਹੁੰਚ ਪਾਉਂਦੀ ਕਿਉਂਕਿ ਉਹ ਜਸਟ ਇੱਕ ਰਿਟਨ ਫਾਰਮ ਦੇ ਵਿੱਚ ਹੁੰਦੀ ਹੈ, ਕਿ ਲਿਟਰੇਚਰ ਵਰਲਡ ਦਾ ਇੱਕ ਹਿੱਸਾ ਬਣ ਕੇ ਰਹਿ ਜਾਂਦੀ ਹੈ। ਟਾਈਮ ਕੰਜ਼ਿਊਮਿੰਗ, ਬਹੁਤ ਜ਼ਿਆਦਾ ਟਾਈਮ ਕੰਜ਼ਿਊਮਿੰਗ ਹੁੰਦੀ ਹੈ, ਕਿਉਂਕਿ ਅਗਰ ਕੋਈ ਮੈਸੇਜ ਹੈ, ਅਗਰ ਕੋਈ ਰਿਟਨ ਫਾਰਮ ਦੇ ਵਿੱਚ ਲੈਟਰ ਹੈ, ਉਸਨੂੰ ਟਾਈਪ ਕਰਨ ਦੇ ਵਿੱਚ, ਉਸਦਾ ਪ੍ਰੋਪਰ ਫਾਰਮੈਟ ਟਾਈਪ ਕਰਨ ਦੇ ਵਿੱਚ ਕਾਫੀ ਸਮਾਂ ਲੱਗ ਜਾਂਦਾ ਹੈ। ਲੋਟ ਆਫ ਪੇਪਰ ਵਰਕ, ਬਹੁਤ ਸਾਰਾ ਪੇਪਰ ਵਰਕ ਹੁੰਦਾ ਹੈ। ਟਾਈਮ ਕੰਜ਼ਿਊਮਿੰਗ ਦੇ ਨਾਲ ਨਾਲ ਪੇਪਰ ਵਰਕ ਵੀ ਆ ਗਿਆ, ਕਿ ਕੋਈ ਵੀ ਇਨਫੋਰਮੇਸ਼ਨ ਆ ਉਹਦੀ ਰਿਕਾਰਡ ਕੀਪਿੰਗ ਕਰਨੀ, ਸਾਰਾ ਕੁਝ। ਸੋ ਪੇਪਰ ਵਰਕ ਬਹੁਤ ਜ਼ਿਆਦਾ ਹੋ ਜਾਂਦਾ ਰਿਟਨ ਕਮਿਊਨੀਕੇਸ਼ਨ ਦੇ ਵਿੱਚ। ਨੀਡਸ ਐਕਸਪਰਟਿਜ਼ ਇਨ ਐਕਸਪ੍ਰੈਸ਼ਨ, ਐਕਸਪਰਟ ਬੰਦਾ ਚਾਹੀਦਾ ਹੈ ਲਿਖਤੀ ਰੂਪ ਦੇ ਵਿੱਚ। ਜਦੋਂ ਅਸੀਂ ਸੰਚਾਰ ਕਰਦੇ ਹਾਂ ਉਦੋਂ ਅਸੀਂ ਭਾਸ਼ਾ ਦਾ ਸਹੀ ਉਚਾਰਨ ਔਰ ਸਹੀ ਤਰੀਕੇ ਦੇ ਨਾਲ ਭਾਸ਼ਾ ਨੂੰ ਲਿਖਣਾ ਹੁੰਦਾ ਹੈ, ਜਿਹੜਾ ਲਿਖਿਆ ਵੀ ਸਮਝ ਆਵੇ, ਔਰ ਉਹਦੇ ਸਹੀ ਵਰਡਿੰਗ ਯੂਜ਼ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਸੋ ਉਹਨੂੰ ਲਿਖਣ ਦੇ ਲਈ ਵੀ ਇੱਕ ਐਕਸਪਰਟ ਬੰਦਾ, ਮਾਹਿਰ ਬੰਦਾ ਦੇਖਣਾ ਪੈਂਦਾ ਹੈ, ਕਿ ਉਹ ਇੱਕ ਮਾਹਿਰ ਬੰਦਾ ਹੀ ਇੱਕ ਪਰਟੀਕੂਲਰ ਲੈਟਰ ਨੂੰ ਲਿਖੇ ਤਾਂ ਕਿ ਉਸ ਲੈਟਰ ਦਾ ਫਾਰਮੈਟ ਕਦੀ ਵੀ ਖਰਾਬ ਨਾ ਹੋ ਸਕੇ। ਲੈਕ ਆਫ ਇਮੀਡੀਏਟ ਫੀਡਬੈਕ, ਕਦੀ ਵੀ ਸਾਨੂੰ ਇਮੀਡੀਏਟ ਫੀਡਬੈਕ ਨਹੀਂ ਮਿਲ ਸਕਦੀ, ਕਿਉਂਕਿ ਕੋਈ ਪਰਸਨ ਹੈ, ਅਗਰ ਅਸੀਂ ਉਹਨੂੰ ਰਿਟਨ ਦੇ ਵਿੱਚ ਇੱਕ ਫਾਰਮਲ ਮੈਸੇਜ ਕਰ ਰਹੇ ਹਾਂ, ਈਮੇਲ ਭੇਜ ਰਹੇ ਹਾਂ, ਕੋਈ ਲੈਟਰ ਸੈਂਡ ਕਰ ਰਹੇ ਹਾਂ, ਕੋਈ ਆਰਡਰ ਸੈਂਡ ਕਰ ਰਹੇ ਹਾਂ, ਉਸ ਕੇਸ ਦੇ ਵਿੱਚ ਜਦੋਂ ਉਹ ਪਰਸਨ ਨੂੰ ਉਹ ਚੀਜ਼ ਰਿਸੀਵ ਹੋਏਗੀ, ਪਰਟੀਕੂਲਰ ਰਿਟਨ ਕਮਿਊਨੀਕੇਸ਼ਨ ਦਾ ਮੈਥਡ, ਜਿਹੜੇ ਵੀ ਮੈਥਡ ਦੇ ਨਾਲ ਅਸੀਂ ਉਹਨੂੰ ਰਿਟਨ ਕਮਿਊਨੀਕੇਸ਼ਨ ਸੈਂਡ ਕੀਤੀ ਹੈ, ਜਦੋਂ ਉਹਨੂੰ ਰਿਸੀਵ ਹੋਏਗੀ ਉਹ ਉਦੋਂ ਹੀ ਫੀਡਬੈਕ ਦੇਗਾ। ਸੋ ਇਹਦੇ ਨਾਲ ਕੀ ਆ ਕਿ ਸਾਨੂੰ ਇੱਕਦਮ ਫੀਡਬੈਕ ਨਹੀਂ ਮਿਲਦੀ, ਜਿੱਦਾਂ ਕਿ ਸਾਨੂੰ ਬੋਲ ਕੇ ਸੰਚਾਰ ਵਿੱਚ ਮਿਲ ਜਾਂਦੀ, ਕਿ ਜਦੋਂ ਅਸੀਂ ਸਾਹਮਣੇ ਵਾਲੇ ਪਰਸਨ ਨਾਲ ਗੱਲ ਕਰਦੇ ਹਾਂ ਤਾਂ ਸਾਨੂੰ ਨਾਲ ਹੀ ਉਸਦਾ ਜਵਾਬ ਮਿਲ ਜਾਂਦਾ ਹੈ। ਇਸ ਦੇ ਵਿੱਚ ਇਮੀਡੀਏਟ ਫੀਡਬੈਕ ਨਹੀਂ ਮਿਲਦੀ। ਕੋਸਟਲੀ, ਕਿਉਂਕਿ ਇਹਦੇ ਵਿੱਚ ਪੇਪਰ ਵਰਕ ਬਹੁਤ ਹੁੰਦਾ ਹੈ, ਐਕਸਪਰਟ ਬੰਦਿਆਂ ਦੀ ਜ਼ਰੂਰਤ ਹੁੰਦੀ ਹੈ, ਟਾਈਮ ਕੰਜ਼ਿਊਮਿੰਗ ਹੁੰਦਾ, ਸੇ ਥੋੜ੍ਹਾ ਜਿਹਾ ਇਹ ਖਰਚੀਲਾ ਵੀ ਹੋ ਜਾਂਦਾ ਹੈ। ਮੋਰ ਮੈਨ ਆਰਸ ਨੀਡਡ, ਇਹਦੇ ਲਈ ਜ਼ਿਆਦਾ ਇੱਕ ਇਨਸਾਨ ਦੇ ਜ਼ਿਆਦਾ ਘੰਟਿਆਂ ਦੀ ਜ਼ਰੂਰਤ ਹੁੰਦੀ ਹੈ, ਇੱਕ ਸਮਾਂ ਜ਼ਿਆਦਾ ਲੈਂਦਾ ਹੈ, ਕਿਉਂਕਿ ਲਿਖਣ ਦੇ ਲਈ ਵੀ ਸਮਾਂ ਚਾਹੀਦਾ ਹੁੰਦਾ ਹੈ। ਅਗਰ ਤੁਸੀਂ ਸਹੀ ਤਰੀਕੇ ਨਾਲ ਲਿਖਣਾ ਹੈ, ਅਗਰ ਇੱਕ ਲਿਖੇ ਹੋਏ ਮੈਸੇਜ ਨੂੰ ਸਹੀ ਤਰੀਕੇ ਨਾਲ ਪੜ੍ਹਨਾ ਹੈ ਤਾਂ ਉਹਦੇ ਲਈ ਵੀ ਤੁਹਾਨੂੰ ਸਮਾਂ ਚਾਹੀਦਾ ਹੈ, ਤਾਂ ਜ਼ਿਆਦਾ ਸਮਾਂ ਲੱਗਦਾ ਹੈ। ਨੋ ਇਮੀਡੀਏਟ ਕਲੈਰੀਫਿਕੇਸ਼ਨ, ਕਦੀ ਕਦੀ ਇਹ ਹੁੰਦਾ ਹੈ ਕਿ ਜੋ ਸਾਨੂੰ ਰਿਟਨ ਦੇ ਵਿੱਚ ਚੀਜ਼ ਭੇਜੀ ਹੁੰਦੀ ਹੈ, ਕੋਈ ਆਰਡਰ ਹੋ ਸਕਦਾ ਆ, ਕੋਈ ਮੈਮੋਰੈਂਡਾ ਜਾਂ ਕੋਈ ਕੰਟਰੈਕਟ ਦੀ ਕਾਪੀ ਹੋ ਸਕਦੀ ਆ, ਜਦੋਂ ਸਾਨੂੰ ਭੇਜੀ ਜਾਂਦੀ ਹੈ, ਜਿਹੜਾ ਰਿਸੀਵ ਕਰਨ ਵਾਲਾ ਪਰਸਨ ਆ ਉਹਨੂੰ ਵੀ ਇਮੀਡੀਏਟ ਕਲੈਰੀਫਿਕੇਸ਼ਨ ਨਹੀਂ ਮਿਲਦੀ। ਜੇ ਭੇਜਣ ਵਾਲੇ ਪਰਸਨ ਨੂੰ ਇਮੀਡੀਏਟ ਫੀਡਬੈਕ ਨਹੀਂ ਮਿਲਦੀ ਤਾਂ ਜਿਹਨੂੰ ਮੈਸੇਜ ਮਿਲਿਆ ਹੁੰਦਾ ਹੈ ਉਹਨੂੰ ਵੀ ਇਮੀਡੀਏਟ ਕਲੈਰੀਫਿਕੇਸ਼ਨ ਨਹੀਂ ਮਿਲਦੀ। ਸੋ ਇਹ ਇਸ ਦੀਆਂ ਹਨ। ਸੋ ਹੁਣ ਅਸੀਂ ਅੰਤ ਦੇ ਵਿੱਚ ਰਿਟਨ ਬਿਜ਼ਨਸ ਕਮਿਊਨੀਕੇਸ਼ਨ ਅਤੇ ਓਰਲ ਬਿਜ਼ਨਸ ਕਮਿਊਨੀਕੇਸ਼ਨ ਦੇ ਵਿੱਚ ਥੋੜ੍ਹਾ ਜਿਹਾ ਡਿਫਰੈਂਸ ਪੜ੍ਹਾਂਗੇ, ਕਿਉਂਕਿ ਜਿਹੜਾ ਅਸੀਂ ਆਪਣਾ ਕਮਿਊਨੀਕੇਸ਼ਨ ਟੌਪਿਕ ਪੜ੍ਹ ਰਹੇ ਹਾਂ ਰਿਟਨ ਐਂਡ ਓਰਲ ਦੇ ਬਾਰੇ, ਅਸੀਂ ਉਹਨੂੰ ਬਿਜ਼ਨਸ ਪੁਆਇੰਟ ਆਫ ਵਿਊ 'ਤੇ ਜ਼ਿਆਦਾ ਫੋਕਸ ਕਰਾਂਗੇ। ਸੋ ਸਭ ਤੋਂ ਪਹਿਲਾ ਡਿਫਰੈਂਸ ਕੀ ਹੈ? ਫੀਡਬੈਕ। ਰਿਟਨ ਕਮਿਊਨੀਕੇਸ਼ਨ ਦੇ ਵਿੱਚ ਇਮੀਡੀਏਟ ਫੀਡਬੈਕ ਰਿਕੁਆਇਰਡ ਨਹੀਂ ਹੁੰਦੀ, ਜਦਕਿ ਇਨ ਕੇਸ ਆਫ ਓਰਲ ਕਮਿਊਨੀਕੇਸ਼ਨ ਵੀ ਨੀਡ ਇਮੀਡੀਏਟ ਫੀਡਬੈਕ। ਜਦੋਂ ਅਸੀਂ ਆਫਿਸ ਦੇ ਵਿੱਚ ਕੋਈ ਗੱਲਬਾਤ ਕਰਦੇ ਹਾਂ, ਜਦੋਂ ਅਸੀਂ ਆਮੋ ਸਾਹਮਣੇ ਗੱਲਬਾਤ ਕਰਦੇ ਹਾਂ ਓਰਲੀ, ਤਾਂ ਸਾਨੂੰ ਫੀਡਬੈਕ ਉਸੇ ਵੇਲੇ ਚਾਹੀਦੀ ਹੁੰਦੀ ਹੈ। ਜਦੋਂ ਅਸੀਂ ਕੋਈ ਰਿਟਨ ਦੇ ਵਿੱਚ ਕੋਈ ਮੈਸੇਜ ਦਿੱਤਾ ਹੈ ਤਾਂ ਇਮੀਡੀਏਟ ਫੀਡਬੈਕ ਰਿਕੁਆਇਰਡ ਨਹੀਂ ਹੁੰਦੀ। ਐਵੀਡੈਂਸ। ਰਿਟਨ ਮੈਸੇਜ ਆਰ ਕੈਪਟ ਐਜ਼ ਰਿਕਾਰਡ, ਦਸ ਦੇ ਕੈਨ ਬੀ ਯੂਜ਼ਡ ਐਜ਼ ਐਵੀਡੈਂਸ। ਰਿਟਨ ਮੈਸੇਜ ਇੱਕ ਰਿਕਾਰਡ ਦੀ ਤਰ੍ਹਾਂ ਰੱਖਿਆ ਜਾਂਦਾ ਹੈ ਅਤੇ ਉਹਨੂੰ ਇੱਕ ਸਬੂਤ ਦੇ ਤੌਰ 'ਤੇ ਅਸੀਂ ਯੂਜ਼ ਕਰ ਸਕਦੇ ਹਾਂ।
और ओरल कम्युनिकेशन एज नो रिकॉर्ड इज़ मेनटेनड फॉर ओरल कम्युनिकेशन इट कैनॉट बी यूजड एज एविडेंस। ओरल कम्युनिकेशन का कोई रिकॉर्ड नहीं ਹੁੰਦਾ, ਇਸ ਲਈ ਉਹਨੂੰ ਐਜ਼ ਅ ਸਬੂਤ ਵੀ ਅਸੀਂ ਨਹੀਂ ਰੱਖ ਸਕਦੇ। ਈਜ਼ੀ ਅਸੈਪਟੈਂਸ in comparison to oral communication has lack of directness. On the other hand, oral message are easily acceptable। ਜਿਹੜਾ ਰਿਟਨ ਕਮਿਊਨੀਕੇਸ਼ਨ ਦੇ ਵਿੱਚ ਕਈ ਵਾਰੀ ਇੱਦਾਂ ਹੋ ਜਾਂਦਾ ਆ ਕਿ ਇੱਕਦਮ ਇੱਕ ਚੀਜ਼ ਨੂੰ ਐਕਸੈਪਟ ਨਹੀਂ ਕੀਤਾ ਜਾਂਦਾ। ਤੁਹਾਨੂੰ ਕੋਈ ਆਰਡਰ ਕੱਢ ਦਿੱਤਾ ਜਾਂਦਾ ਹੈ, ਜਦੋਂ ਅਸੀਂ ਬਿਜ਼ਨਸ ਦੇ ਵਿੱਚ ਹੁੰਦੇ ਹਾਂ ਜਾਂ ਤੁਸੀਂ ਆਫਿਸ 'ਚ ਵਰਕ ਕਰਦੇ ਹਾਂ, ਤੁਹਾਨੂੰ ਇੱਕਦਮ ਕੋਈ ਆਰਡਰ ਕੱਢ ਦਿੱਤਾ ਜਾਂਦਾ। ਅਗਰ ਤੁਹਾਨੂੰ ਰਿਟਨ ਦੇ ਵਿੱਚ ਆਰਡਰ ਕੱਢ ਦਿੱਤਾ ਜਾਏਗਾ ਤਾਂ ਉਹਦੇ ਨਾਲ ਕੀ ਤੁਹਾਡਾ ਰਿਕਾਰਡ ਖਰਾਬ ਹੋਏਗਾ ਤੁਹਾਡੀ ਜੋਬ ਦਾ। ਪਰ ਉਹੀ ਮੈਸੇਜ ਅਗਰ ਤੁਹਾਨੂੰ ਓਰਲੀ ਕਹਿ ਦਿੱਤਾ ਜਾਵੇ, ਕੋਈ ਵਾਰਨਿੰਗ ਆ ਜਾਂ ਕੋਈ ਵੀ ਚੀਜ਼ ਅਗਰ ਤੁਹਾਨੂੰ ਓਰਲੀ ਕਹਿ ਦਿੱਤੀ ਜਾਵੇ ਤਾਂ ਤੁਸੀਂ ਕੌਨਸ਼ੀਅਸ ਹੋ ਜਾਂਦੇ ਹੋ, ਅੱਗੇ ਤੋਂ ਗਲਤੀ ਨਹੀਂ ਕਰਦੇ। ਬਟ ਅਗਰ ਉਹੀ ਚੀਜ਼ ਤੁਹਾਨੂੰ ਰਿਟਨ ਦੇ ਵਿੱਚ ਕੱਢ ਦਿੱਤੀ ਜਾਏਗੀ ਤਾਂ ਉਹਦੇ ਨਾਲ ਕੀ ਆ ਕਿ ਤੁਹਾਡਾ ਸਾਰਾ ਜੋਬ ਦਾ ਰਿਕਾਰਡ ਜਾਂ ਤੁਹਾਡੇ ਬਿਜ਼ਨਸ ਦਾ ਰਿਕਾਰਡ ਖਰਾਬ ਹੋ ਸਕਦਾ ਹੈ। ਬੈਰੀਅਰਸ ਦਾ ਮਤਲਬ ਰੁਕਾਵਟਾਂ ਕਿਹੜੀਆਂ ਆਉਂਦੀਆਂ ਹਨ। ਰਿਟਨ ਕਮਿਊਨੀਕੇਸ਼ਨ ਨੀਡ ਟੂ ਓਵਰਕਮ ਮੋਰ ਬੈਰੀਅਰਸ ਦੈਨ ਓਰਲ ਕਮਿਊਨੀਕੇਸ਼ਨ। ਰਿਟਨ ਕਮਿਊਨੀਕੇਸ਼ਨ ਦੇ ਵਿੱਚ ਜ਼ਿਆਦਾ ਬੈਰੀਅਰਸ ਆਉਂਦੇ ਨੇ ਐਜ਼ ਕੰਪੇਅਰ ਟੂ ਓਰਲ ਕਮਿਊਨੀਕੇਸ਼ਨ। oral communication it faces less barriers than written communication। oral communication ਦੇ ਵਿੱਚ barriers ਘੱਟ ਆਉਂਦੇ ਨੇ। audience size the audience size of written communication is large and geographically scattered। on the other hand audience size is comparatively small। ਜਦੋਂ ਅਸੀਂ ਓਰਲ ਕਮਿਊਨੀਕੇਸ਼ਨ ਇੱਕ ਬਿਜ਼ਨਸ ਦੇ ਵਿੱਚ ਕਰਦੇ ਹਾਂ ਤਾਂ ਅਸੀਂ ਇੱਕ ਮੀਟਿੰਗ ਐਡਰੈਸ ਦੇ ਵਿੱਚ ਥੋੜ੍ਹੇ ਬੰਦਿਆਂ ਦੇ ਨਾਲ ਗੱਲਬਾਤ ਕਰਦੇ ਹਾਂ, ਜਦ ਕਿ ਜਦੋਂ ਰਿਟਨ ਦੇ ਵਿੱਚ ਅਸੀਂ ਇੱਕ ਆਪਣਾ ਮੈਸੇਜ ਬਹੁਤ ਜਗ੍ਹਾ 'ਤੇ ਈਵਨ ਕਿ ਆਲ ਓਵਰ ਇੰਡੀਆ ਜਾਂ ਆਲ ਓਵਰ ਵਰਲਡ ਲੈਟਰਸ ਦੇ ਥਰੂ ਕੱਢ ਸਕਦੇ ਹਾਂ। ਕੋਸਟ ਜਿਹੜੀ ਰਿਟਨ ਕਮਿਊਨੀਕੇਸ਼ਨ ਜ਼ਿਆਦਾ ਕੋਸਟਲੀ ਹੁੰਦੀ ਹੈ, ਓਰਲ ਕਮਿਊਨੀਕੇਸ਼ਨ ਘੱਟ ਕੋਸਟਲੀ ਹੁੰਦੀ ਹੈ। ਨੌਲੇਜ ਲੈਵਲ ਹਾਈ ਲੈਵਲ ਆਫ ਨੌਲੇਜ ਐਂਡ ਲਿਟਰੇਸੀ ਇਜ਼ ਰਿਕੁਆਇਰਡ ਇਨ ਰਿਟਨ ਕਮਿਊਨੀਕੇਸ਼ਨ। ਜ਼ਿਆਦਾ ਨੌਲੇਜ ਅਤੇ ਜ਼ਿਆਦਾ ਲੈਵਲ ਦੀ ਐਕੂਰੇਸੀ ਚਾਹੀਦੀ ਹੁੰਦੀ ਹੈ। ਅਤੇ ਕਹਿੰਦੇ ਨੇ ਕਿ ਜਿਹੜਾ ਈਵਨ ਇਲਿਟਰੇਟ ਬੰਦਾ ਹੈ ਉਹ ਵੀ ਗੱਲਬਾਤ ਕਰ ਸਕਦਾ। ਇੱਕ ਬਿਜ਼ਨਸ ਦਾ ਇੱਕ ਇਲਿਟਰੇਟ ਬੰਦਾ ਵੀ ਕਰ ਸਕਦਾ ਗੱਲਬਾਤ, ਉਸਨੂੰ ਵੀ ਕਰਨੀ ਆਉਂਦੀ ਹੈ, ਵਪਾਰ ਉਸਨੂੰ ਵੀ ਕਰਨਾ ਆਉਂਦਾ ਹੈ। ਬੱਚਿਓ ਅੱਜ ਦਾ ਟੌਪਿਕ ਖਤਮ ਹੋਣ ਤੋਂ ਬਾਅਦ ਹੁਣ ਅਸੀਂ ਕੁਐਸਚਨਸ ਵੱਲ ਵੱਧਦੇ ਹਾਂ। ਸੋ ਬੱਚਿਓ ਜੋ ਵੀ ਅੱਜ ਅਸੀਂ ਟੌਪਿਕ ਦੇ ਵਿੱਚ ਪੜ੍ਹਿਆ ਹੈ ਉਸ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਕੁਝ ਕੁਐਸਚਨਸ ਪੁੱਟ ਕਰ ਰਹੀ ਹਾਂ। ਸੋ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਦਾ ਟੌਪਿਕ ਅੱਛੀ ਤਰ੍ਹਾਂ ਸਮਝ ਆਇਆ ਹੋਊਗਾ। ਇੱਕ ਚੀਜ਼ ਇਹ ਵਾਲੇ ਸਾਰੇ ਕੁਐਸਚਨਸ ਇਹਨਾਂ ਸਲਾਈਡਸ ਦੇ ਵਿੱਚੋਂ ਹੀ ਨੇ ਜੋ ਵੀ ਅਸੀਂ ਪਿੱਛੇ ਪੜ੍ਹਿਆ ਹੈ। ਸੋ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਜੋ ਵੀ ਤੁਸੀਂ ਵੀਡੀਓ ਨੂੰ ਜਦੋਂ ਦੇਖੋਗੇ ਉਸਨੂੰ ਧਿਆਨ ਦੇ ਨਾਲ ਸੁਣ ਕੇ ਇਹਨਾਂ ਕੁਐਸਚਨਸ ਦਾ ਖੁਦ ਆਨਸਰ ਦੇਣਾ। ਸੋ ਸਭ ਤੋਂ ਪਹਿਲਾ ਕੁਐਸਚਨ ਹੈ ਵਾਟ ਇਜ਼ ਦਾ ਇੰਪੋਰਟੈਂਸ ਆਫ ਕਮਿਊਨੀਕੇਸ਼ਨ ਇਨ ਅਵਰ ਲਾਈਫ। ਸਾਡੀ ਜ਼ਿੰਦਗੀ ਦੇ ਵਿੱਚ ਕਮਿਊਨੀਕੇਸ਼ਨ ਦਾ ਕੀ ਮਹੱਤਤਾ ਹੈ। ਦੂਸਰਾ ਕੁਐਸਚਨ ਡਿਫਾਈਨ ਓਰਲ ਕਮਿਊਨੀਕੇਸ਼ਨ ਐਂਡ ਵਾਟ ਆਰ ਇਟਸ ਵੇਜ਼। ਕਿ ਬੋਲੀ ਰਾਹੀਂ ਸੰਚਾਰ ਕੀ ਹੁੰਦਾ ਹੈ ਅਤੇ ਇਸ ਦੇ ਕਿਹੜੇ ਰਸਤੇ ਹਨ, ਕਿਹੜੇ ਤਰੀਕੇ ਨਾਲ ਅਸੀਂ ਇਹ ਸੰਚਾਰ ਕਰ ਸਕਦੇ ਹਾਂ। ਵਾਟ ਆਰ ਦਾ ਮੇਜਰ ਐਡਵਾਂਟੇਜਿਸ ਐਂਡ ਡਿਸਐਡਵਾਂਟੇਜਿਸ ਆਫ ਓਰਲ ਕਮਿਊਨੀਕੇਸ਼ਨ। ਜਦੋਂ ਅਸੀਂ ਬੋਲੀ ਰਾਹੀਂ ਸੰਚਾਰ ਕਰਦੇ ਹਾਂ ਤਾਂ ਸਾਨੂੰ ਕਿਹੜੇ ਲਾਭ ਅਤੇ ਕਿਹੜੀਆਂ ਹਾਨੀਆਂ ਹੁੰਦੀਆਂ ਹਨ। ਹਾਊ ਕੈਨ ਵੀ ਇੰਪਰੂਵ ਅਵਰ ਓਰਲ ਕਮਿਊਨੀਕੇਸ਼ਨ। ਅਸੀਂ ਆਪਣੀ ਬੋਲੀ ਰਾਹੀਂ ਸੰਚਾਰ ਨੂੰ ਕਿਵੇਂ ਇੰਪਰੂਵ ਕਰ ਸਕਦੇ ਹਾਂ, ਅਸੀਂ ਆਪਣੇ ਬੋਲੀ ਰਾਹੀਂ ਸੰਚਾਰ ਨੂੰ ਕਿਵੇਂ ਪ੍ਰਭਾਵਸ਼ਾਲੀ ਬਣਾ ਸਕਦੇ ਹਾਂ। ਡਿਫਾਈਨ ਰਿਟਨ ਕਮਿਊਨੀਕੇਸ਼ਨ ਐਂਡ ਵਾਟ ਆਰ ਇਟਸ ਫਾਰਮਸ। ਰਿਟਨ ਕਮਿਊਨੀਕੇਸ਼ਨ ਕੀ ਹੁੰਦਾ ਹੈ ਉਸ ਦੀ ਪਰਿਭਾਸ਼ਾ ਦਿਓ ਅਤੇ ਉਸ ਦੀਆਂ ਕਿਹੜੀਆਂ ਫਾਰਮਸ ਹਨ, ਕਿਹੜੇ ਤਰੀਕੇ ਦੇ ਨਾਲ ਆਪਾਂ ਕਰਦੇ ਹਾਂ। ਵਾਟ ਆਰ ਦਾ ਐਡਵਾਂਟੇਜਿਸ ਐਂਡ ਡਿਸਐਡਵਾਂਟੇਜਿਸ ਆਫ ਰਿਟਨ ਕਮਿਊਨੀਕੇਸ਼ਨ। ਰਿਟਨ ਕਮਿਊਨੀਕੇਸ਼ਨ ਦੇ ਕਿਹੜੇ ਲਾਭ ਹਨ ਅਤੇ ਕਿਹੜੀਆਂ ਹਾਨੀਆਂ ਹਨ। ਵਾਟ ਆਰ ਦਾ ਮੇਜਰ ਡਿਫਰੈਂਸਿਸ ਬਿਟਵੀਨ ਓਰਲ ਐਂਡ ਰਿਟਨ ਕਮਿਊਨੀਕੇਸ਼ਨ। ਓਰਲ ਅਤੇ ਰਿਟਨ ਕਮਿਊਨੀਕੇਸ਼ਨ ਦੇ ਵਿੱਚ ਕਿਹੜੇ ਮੇਜਰ ਡਿਫਰੈਂਸਿਸ ਨੇ। ਇਹ ਸਾਰੇ ਕੁਐਸਚਨਸ ਦੇ ਜਵਾਬ ਤੁਹਾਨੂੰ ਪਿੱਛੇ ਪੜ੍ਹਾਏ ਗਏ ਸਟੱਡੀ ਮਟੀਰੀਅਲ ਦੇ ਵਿੱਚ ਮਿਲ ਜਾਣਗੇ ਅਤੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਬੱਚੇ ਇਹਨਾਂ ਜਵਾਬਾਂ ਨੂੰ ਆਪਣੀਆਂ ਕਾਪੀਆਂ 'ਤੇ ਲਿਖ ਕੇ ਰੱਖੋਗੇ ਤਾਂ ਜੋ ਜਦੋਂ ਪ੍ਰੀਖਿਆ ਦੇ ਸਮੇਂ ਤੁਹਾਨੂੰ ਇਸ ਟੌਪਿਕ ਦੇ ਵਿੱਚੋਂ ਕੁਐਸਚਨ ਆਨਸਰਸ ਆਉਣ ਅਤੇ ਤੁਹਾਡੇ ਲਈ ਉਹ ਕਰਨਾ ਬਹੁਤ ਹੀ ਜ਼ਿਆਦਾ ਈਜ਼ੀ ਹੋਵੇ। ਸੋ ਬੱਚਿਓ ਜਿਹੜਾ ਵੀ ਟੌਪਿਕ ਤੁਹਾਨੂੰ ਕਰਵਾਇਆ ਜਾਂਦਾ ਹੈ ਉਸਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਅਤੇ ਸਮਝਣਾ ਤਾਂ ਕਿ ਉਹ ਟੌਪਿਕ ਤੁਹਾਨੂੰ ਅੱਗੇ ਜਾ ਕੇ ਤੁਹਾਡੀ ਪ੍ਰੀਖਿਆਵਾਂ ਦੇ ਵਿੱਚ ਕੰਮ ਆ ਸਕੇ। ਸੋ ਬੱਚਿਓ ਮੈਂ ਪੂਰੀ ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਦਾ ਟੌਪਿਕ ਸਮਝ ਆਇਆ ਹੋਵੇਗਾ। ਅੱਜ ਦੇ ਟੌਪਿਕ ਵਿੱਚ ਮੇਰੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਸੀ ਕਿ ਤੁਹਾਨੂੰ ਟੌਪਿਕ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਐਕਸਪਲੇਨ ਕੀਤਾ ਜਾਵੇ, ਸਮਝਾਇਆ ਜਾਵੇ ਅਤੇ ਤੁਹਾਡੇ ਲਈ ਇਹ ਟੌਪਿਕ ਇੰਟਰਸਟਿੰਗ ਹੋਵੇ। ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਇਹ ਟੌਪਿਕ ਇੰਟਰਸਟਿੰਗ ਲੱਗਿਆ ਹੋਵੇਗਾ। ਮੇਰੇ ਵੱਲੋਂ ਬਹੁਤ ਧੰਨਵਾਦ। ਥੈਂਕ ਯੂ ਸੋ ਮਚ।